ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਚੈਪਟਰ ਨੰਬਰ 4th ਦੈਟ ਇਜ਼ ਐਨਰਜੀ। ਠੀਕ ਹੈ, ਇਸ ਚੈਪਟਰ ਦੇ ਵਿੱਚ ਆਪਾਂ ਪੜਾਂਗੇ ਕਿ ਐਨਰਜੀ ਕੀ ਹੁੰਦੀ ਹੈ, ਵਰਕ ਡਨ ਕੀ ਹੁੰਦਾ ਹੈ। ਠੀਕ ਹੈ, ਐਨਰਜੀ ਕੀ ਹੁੰਦਾ ਹੈ, ਵਰਕ ਡਨ ਕੀ ਹੁੰਦਾ ਹੈ ਤੇ ਪਾਵਰ ਕੀ ਹੁੰਦੀ ਹੈ। ਵਰਕ, ਐਨਰਜੀ, ਪਾਵਰ, ਤਿੰਨ ਮੇਨ ਕਾਈਂਡਸ ਆਫ ਫਾਰਮਿੰਗ 'ਚ ਪੜ੍ਹਨ ਲੱਗੇ ਹਾਂ। ਪਲੱਸ ਆਪਾਂ ਪੜਾਂਗੇ ਕਿ ਐਨਰਜੀ ਦੀਆਂ ਕਿਹੜੀਆਂ-ਕਿਹੜੀਆਂ ਫਾਰਮਸ ਹੁੰਦੀਆਂ, ਲਾਈਕ ਕਿਹੜੀ-ਕਿਹੜੀ ਟਾਈਪਸ ਹੁੰਦੀਆਂ ਐਨਰਜੀ ਦੀਆਂ। ਮੇਨਲੀ ਆਪਾਂ ਇਹਦੇ ਵਿੱਚ ਕਾਈਨੈਟਿਕ ਐਨਰਜੀ ਤੇ ਪੋਟੈਂਸ਼ੀਅਲ ਐਨਰਜੀ ਬਾਰੇ ਪੜ੍ਹਨਾ ਹੈ। ਠੀਕ ਹੈ, ਦੈਟ ਇਜ਼ ਮਕੈਨੀਕਲ ਐਨਰਜੀ ਬਾਰੇ ਪੜ੍ਹਨਾ ਆਪਾਂ। ਤਾਂ ਕੀ ਕੁਛ ਪੜ੍ਹਨ ਲੱਗੇ ਆਪਾਂ, ਐਨਰਜੀ ਪੜ੍ਹਾਂਗੇ, ਵਰਕ ਪੜ੍ਹਾਂਗੇ, ਪਾਵਰ ਪੜ੍ਹਾਂਗੇ, ਉਹਦੇ ਰਿਲੇਟਡ ਨੂਮੈਰੀਕਲਸ ਪਲੱਸ ਡਿਫਰੈਂਟ ਫਾਰਮਸ ਆਫ ਐਨਰਜੀ ਦੈਟ ਇਜ਼ ਕਾਈਨੈਟਿਕ ਐਨਰਜੀ ਐਂਡ ਪੋਟੈਂਸ਼ੀਅਲ ਐਨਰਜੀ। ਸੋ ਦੇਖੋ, ਫਸਟ ਟੋਪਿਕ ਆਪਣੇ ਕੋਲ ਵਾਟ ਇਜ਼ ਐਨਰਜੀ। ਚੈਪਟਰ ਨੇਮ ਜਿਵੇਂ ਹੈਗਾ ਐਨਰਜੀ, ਤਾਂ ਐਨਰਜੀ ਦੀ ਫਸਟ ਆਫ ਆਲ ਡੈਫੀਨੇਸ਼ਨ ਆਉਣੀ ਚਾਹੀਦੀ ਹੈ। ਤਾਂ ਡੈਫੀਨੇਸ਼ਨ ਕੀ ਹੁੰਦੀ ਹੈ ਐਨਰਜੀ ਦੀ? ਐਨਰਜੀ ਇਜ਼ ਡਿਫਾਈਨਡ ਐਜ਼ ਕੈਪੈਸਿਟੀ ਟੂ ਡੂ ਵਰਕ। ਕੈਪੈਸਿਟੀ ਟੂ ਡੂ ਵਰਕ ਮਤਲਬ ਕਿ ਫੋਰ ਐਗਜ਼ਾਮਪਲ ਕਿ ਆਪਾਂ ਡੇਲੀ ਬੇਸਿਸ 'ਤੇ ਜਿਵੇਂ ਆਪਾਂ ਫੂਡ ਖਾਂਦੇ ਹਾਂ, ਫੂਡ ਆਪਾਂ ਕਿਉਂ ਖਾਂਦੇ ਹਾਂ? ਤਾਂ ਜੋ ਕਿ ਆਪਣੇ ਅੰਦਰ ਕੀ ਹੈ, ਇੱਕ ਐਨਰਜੀ ਆਵੇ, ਆਪਾਂ ਨੂੰ ਇੱਕ ਤਾਕਤ ਮਿਲੇ, ਤਾਂ ਜੋ ਕਿ ਆਪਾਂ ਆਪਦਾ ਕੰਮ ਕਰ ਸਕੀਏ। ਕੰਮ ਮਤਲਬ ਵਰਕ ਕਰ ਸਕੀਏ। ਤਾਂ ਐਨਰਜੀ ਕੀ ਹੈ? ਐਨਰਜੀ ਇਜ਼ ਡਿਫਾਈਨਡ ਐਜ਼ ਅ ਕੈਪੈਸਿਟੀ ਟੂ ਡੂ ਵਰਕ। ਕੈਪੈਸਿਟੀ ਵੀ ਲਿਖ ਸਕਦੇ ਹੋ ਜਾਂ ਅਬਿਲਿਟੀ ਵੀ ਲਿਖ ਸਕਦੇ ਹੋ, ਅਬਿਲਿਟੀ ਟੂ ਡੂ ਵਰਕ। ਜਿਵੇਂ ਇੱਕ ਕਾਰ ਨੂੰ ਚਲਾਉਣ ਲਈ ਉਹਦੇ ਵਿੱਚ ਪੈਟਰੋਲ ਜਾਂ ਡੀਜ਼ਲ ਪਾਉਣਾ ਪੈਂਦਾ ਨਾ ਐਜ਼ ਅ ਫਿਊਲ, ਉਹ ਜਿਹੜਾ ਉਹਨੂੰ ਐਨਰਜੀ ਦਊਗਾ ਅਤੇ ਤਾਂ ਕਰਕੇ ਕਾਰ ਮੂਵ ਕਰੂਗੀ। ਉਵੇਂ ਆਪਣੀ ਬਾਡੀ ਵਿੱਚ ਫੂਡ ਦੇਣਾ ਪੈਂਦਾ, ਫੂਡ ਐਜ਼ ਅ ਫਿਊਲ ਕੰਮ ਕਰਦੀ ਹੈ ਤਾਂ ਜੋ ਕਿ ਆਪਣੇ ਵਿੱਚ ਐਨਰਜੀ ਆਵੇ। ਅਤੇ ਐਨਰਜੀ ਆਉਣ ਨਾਲ ਕੀ ਹੁੰਦਾ, ਆਪਾਂ ਈਜ਼ੀਲੀ ਵਰਕ ਕਰ ਸਕਦੇ ਹਾਂ। ਤਾਂ ਐਨਰਜੀ ਇਜ਼ ਡਿਫਾਈਨਡ ਐਜ਼ ਕਪੈਸਿਟੀ ਟੂ ਡੂ ਵਰਕ। ਠੀਕ ਹੈ, ਜਿਵੇਂ ਇਸ ਐਗਜ਼ਾਮਪਲ ਵਿੱਚ ਦਿਖਾਇਆ ਕਿ ਇਸ ਪਰਸਨ ਨੇ ਹੈਵੀ ਬਲੋਕ ਨੂੰ ਲਿਫਟ ਕੀਤਾ, ਤਾਂ ਹੁਣ ਇਹ ਹੈਵੀ ਬਲੋਕ ਕਿਵੇਂ ਲਿਫਟ ਕਰ ਲੈਂਦਾ? ਕਿਉਂਕਿ ਇਹਦੇ ਕੋਲ ਕੀ ਹੈ, ਐਨਰਜੀ ਹੈ। ਐਨਰਜੀ ਮੀਨਸ ਇਹ ਵਰਕ, ਕੈਪੈਸਿਟੀ ਟੂ ਡੂ ਵਰਕ ਕਰਨ ਦੇ ਇਹਦੇ ਵਿੱਚ ਕੈਪੈਸਿਟੀ ਹੈਗੀ ਹੈ। ਨੈਕਸਟ ਆ ਗਿਆ ਆਪਣੇ ਕੋਲ ਵਾਟ ਇਜ਼ ਵਰਕ। ਜਿਹੜਾ ਆਪਾਂ ਪੜ੍ਹ ਰਹੇ ਹਾਂ ਕਿ ਐਨਰਜੀ ਇਜ਼ ਅ ਕੈਪੈਸਿਟੀ ਟੂ ਡੂ ਵਰਕ, ਤਾਂ ਉਹਦੇ ਵਿੱਚ ਵਰਕ ਕੀ ਹੈ? ਵਰਕ ਕਦੋਂ ਹੁੰਦਾ ਹੈ? ਵਰਕ ਇਜ਼ ਸੈਡ ਟੂ ਬੀ ਡਨ ਵੈਨ ਔਨ ਅਪਲਾਈਂਗ ਫੋਰਸ। ਮੰਨ ਲਓ ਕੋਈ ਵੀ ਆਪਣੇ ਕੋਲ ਸਟੋਨ ਹੈ, ਅਗਰ ਮੈਂ ਸਟੋਨ 'ਤੇ ਫੋਰਸ ਲਗਾ ਰਹੀ ਹਾਂ, ਅਗਰ ਮੈਂ ਸਟੋਨ 'ਤੇ ਫੋਰਸ ਲਗਾਈ, ਫੋਰਸ ਲਾਉਣ 'ਤੇ ਇਹ ਸਟੋਨ ਇੱਥੇ ਮੂਵ ਕਰ ਗਿਆ, ਇੱਥੇ ਡਿਸਪਲੇਸ ਕਰ ਗਿਆ, ਤਾਂ ਉੱਥੇ ਆਪਾਂ ਕਹਾਂਗੇ ਕਿ ਵਰਕ ਹੋਇਆ। ਵਰਕ ਕੀ ਹੁੰਦਾ ਹੈ? ਵਰਕ ਇਜ਼ ਸੈਡ ਟੂ ਬੀ ਡਨ ਔਨ ਅਪਲਾਈਂਗ ਫੋਰਸ ਇਫ ਐਨ ਆਬਜੈਕਟ ਮੂਵਸ। ਜੇ ਆਬਜੈਕਟ ਮੂਵ ਕਰਦਾ ਇਨ ਅ ਡਾਇਰੈਕਸ਼ਨ ਆਫ ਫੋਰਸ, ਆਹ ਚੀਜ਼ ਲਿਖਣੀ ਜ਼ਰੂਰੀ ਹੈ, ਇਨ ਅ ਡਾਇਰੈਕਸ਼ਨ ਆਫ ਫੋਰਸ। ਜਿਵੇਂ ਬੈਟਸਮੈਨ ਬਾਲ ਨੂੰ ਹਿੱਟ ਕਰ ਰਿਹਾ, ਠੀਕ ਹੈ, ਬੈਟਮੈਨ ਬਾਲ ਨੂੰ ਹਿੱਟ ਕਰਦਾ ਮਤਲਬ ਫੋਰਸ ਵੀ ਲਗਾ ਰਿਹਾ, ਪਲੱਸ ਜਿਹੜੀ ਬਾਲ ਹੈ ਉਹ ਡਾਇਰੈਕਸ਼ਨ ਆਫ ਫੋਰਸ ਵੱਲ ਮੂਵ ਵੀ ਕਰਦੀ ਪਈ ਹੈ, ਤਾਂ ਉਹ ਕੀ ਹੈ, ਵਰਕ ਡਨ। ਜਿਵੇਂ ਆ ਮੈਨ ਕੀ ਹੈ, ਕਲਾਈਂਬ ਕਰ ਰਿਹਾ ਹਿਲਸ 'ਤੇ, ਉੱਪਰ ਜਾ ਰਿਹਾ ਹਿਲਸ 'ਤੇ, ਤਾਂ ਇਹ ਫੋਰਸ ਵੀ ਲਗਾ ਰਿਹਾ ਪਲੱਸ ਇਨ ਅ ਡਾਇਰੈਕਸ਼ਨ ਆਫ ਫੋਰਸ ਇਹ ਡਿਸਪਲੇਸ ਵੀ ਕਰ ਰਿਹਾ, ਡਿਸਪਲੇਸਮੈਂਟ ਜਾਂ ਡਿਸਟੈਂਸ ਵੀ ਸ਼ੋ ਕਰ ਰਿਹਾ, ਉਹਨੂੰ ਆਪਾਂ ਬੋਲਦੇ ਹਾਂ ਵਰਕ ਡਨ। ਤੁਸੀਂ ਇੱਦਾਂ ਲਿਖਣਾ, ਵਰਕ ਇਜ਼ ਸੈਡ ਟੂ ਬੀ ਡਨ ਵੈਨ ਵੀ ਅਪਲਾਈ ਫੋਰਸ ਔਨ ਐਨੀ ਆਬਜੈਕਟ ਐਂਡ ਦੈਟ ਆਬਜੈਕਟ ਡਿਸਪਲੇਸਿਸ in a direction of applied force, that is work done. Next ਆ ਗਿਆ ਆਪਣੇ ਕੋਲ examples related to work। ਹੁਣ ਦੇਖੋ ਜਿਹੜਾ ਪਰਸਨ ਹੈ ਇਹ ਹੈਵੀ ਵਾਲ ਨੂੰ ਮਤਲਬ ਕਿ ਫੋਰਸ ਲਗਾ ਰਿਹਾ, ਵਰਕ ਕਰਨ ਲਈ ਫੋਰਸ ਲਗਾ ਰਿਹਾ, ਓਕੇ, ਬਟ ਮੈਨੂੰ ਕੀ ਚਾਹੀਦਾ? ਫੋਰਸ ਵੀ ਚਾਹੀਦੀ ਹੈ ਅਤੇ ਡਿਸਪਲੇਸਮੈਂਟ ਵੀ ਚਾਹੀਦਾ ਹੈ। ਇਹ ਮਤਲਬ ਵਾਲ ਮੂਵ ਵੀ ਕਰਨੀ ਚਾਹੀਦੀ ਹੈ। ਵਾਲ ਮੂਵ ਕਰ ਰਹੀ ਹੈ? ਨਹੀਂ ਕਰ ਰਹੀ ਨਾ ਵਾਲ ਮੂਵ, ਤਾਂ ਇਟ ਮੀਨਸ ਕਿ ਵਰਕ ਡਨ ਨਹੀਂ ਹੈਗਾ, ਇੱਥੇ ਵਰਕ ਡਨ ਜ਼ੀਰੋ ਹੈ। ਵਰਕ ਡਨ ਕਰਨ ਲਈ ਆਪਾਂ ਨੂੰ ਫੋਰਸ ਵੀ ਲਾਉਣੀ ਪੈਣੀ ਹੈ, ਜਿਹਦੇ 'ਤੇ ਫੋਰਸ ਲਾਈ ਉਹ ਚੀਜ਼ ਮੂਵ ਵੀ ਕਰਨੀ ਚਾਹੀਦੀ ਹੈ, ਤਾਂ ਵਰਕ ਡਨ ਹੋਊਗਾ, ਅਦਰਵਾਈਜ਼ ਵਰਕ ਡਨ ਇਜ਼ ਜ਼ੀਰੋ। ਜਿਵੇਂ ਆਹ ਵਾਲੇ ਕੇਸ ਵਿੱਚ ਵਰਕ ਡਨ ਜ਼ੀਰੋ ਹੈ। ਨੈਕਸਟ ਆ ਗਿਆ ਆਪਣੇ ਕੋਲ ਅ ਗਰਲ ਇਜ਼ ਰੀਡਿੰਗ ਅ ਬੁੱਕ। ਜੇ ਗਰਲ ਇੱਕ ਸਿੰਪਲ ਬਸ ਬੈਠੀ ਰੀਡ ਕਰ ਰਹੀ ਹੈ ਬੁੱਕ ਨੂੰ, ਰੀਡ ਕਰ ਰਹੀ ਹੈ ਬੁੱਕ ਨੂੰ, ਚਲੋ ਠੀਕ ਹੈ, ਮਤਲਬ ਨਾ ਉਹ ਫੋਰਸ ਲਗਾ ਰਹੀ ਹੈ ਨਾ ਹੀ ਬੁੱਕ ਵਿੱਚ ਡਿਸਪਲੇਸਮੈਂਟ ਹੋ ਰਹੀ ਹੈ, ਤਾਂ ਇਹ ਕੀ ਹੈ, ਜ਼ੀਰੋ ਵਰਕ ਡਨ। ਠੀਕ ਹੈ, ਨੈਕਸਟ ਆਪਣੇ ਕੋਲ ਇੱਕ ਕੁਲੀ ਖੜਾ ਹੋਇਆ ਮਤਲਬ ਪਲੈਟਫਾਰਮ 'ਤੇ, ਅਤੇ ਉਹ ਲੋਡ ਉਹਦੇ ਹੈੱਡ 'ਤੇ ਹੈ, ਜਸਟ ਉਹ ਖੜਾ ਹੋਇਆ ਮਤਲਬ ਉਹ ਮੂਵ ਨਹੀਂ ਕਰ ਰਿਹਾ, ਤਾਂ ਲੋਡ ਉੱਪਰ ਕੋਈ ਡਿਸਪਲੇਸਮੈਂਟ ਨਹੀਂ ਹੋਈ, ਲੋਡ ਕਿਤੇ ਮੂਵ ਨਹੀਂ ਕਰ ਰਿਹਾ, ਤਾਂ ਇਹਦੇ ਵਿੱਚ ਵੀ ਵਰਕ ਡਨ ਜ਼ੀਰੋ। ਇਹਦੇ ਵਿੱਚ ਜਿਹੜੀ ਦੇਖੋ ਡਰੋਪ ਹੈ, ਡਰੋਪ ਉੱਪਰ ਦੀ ਨੀਚੇ ਆ ਰਹੀ ਹੈ, ਠੀਕ ਹੈ, ਨੀਚੇ ਆ ਰਹੀ ਹੈ, ਤਾਂ ਇਹਦੇ ਵਿੱਚ ਵਰਕ ਡਨ ਹੋ ਰਿਹਾ, ਯੈਸ, ਇਹਦੇ ਵਿੱਚ ਵਰਕ ਡਨ ਹੋ ਰਿਹਾ। ਕਿਉਂ? ਕਿਉਂਕਿ ਗ੍ਰੈਵੀਟੇਸ਼ਨਲ ਫੋਰਸ ਲੱਗ ਰਹੀ ਹੈ, ਉੱਪਰੋਂ ਨੀਚੇ ਆਉਣਾ ਮਤਲਬ ਗ੍ਰੈਵਿਟੀ ਫੋਰਸ ਲੱਗ ਰਹੀ ਹੈ, ਪਲੱਸ ਜਿਹੜੀ ਇੱਥੇ ਮੂਵਮੈਂਟ ਵੀ ਹੋ ਰਹੀ ਹੈ ਡਰੋਪ ਦੀ, ਤਾਂ ਇਹਦੇ ਵਿੱਚ ਵਰਕ ਡਨ ਹੈਗਾ। ਨੈਕਸਟ ਆ ਗਿਆ ਅ ਗਰਲ ਇਜ਼ ਸਿਟਿੰਗ ਔਨ ਅ ਸਵਿੰਗ। ਜਿਹੜੀ ਆ ਗਰਲ ਹੈ ਇਸ ਝੂਲੇ 'ਤੇ ਬੈਠੀ ਹੋਈ ਹੈ, ਜਦੋਂ ਗਰਲ ਝੂਲੇ 'ਤੇ ਬੈਠੀ ਹੈ ਉਹ ਫੋਰਸ ਵੀ ਲਗਾ ਰਹੀ ਹੈ ਝੂਲੇ 'ਤੇ,
ਤੇ ਇਹ ਸਵਿੰਗ ਮੂਵ ਵੀ ਕਰ ਰਿਹਾ ਤਾਂ ਇਹਦੇ ਵਿੱਚ ਵਰਕ ਡਨ ਹੈਗਾ। ਠੀਕ ਹੈ, ਨੈਕਸਟ ਐਗਜ਼ਾਮਪਲ ਜਿਵੇਂ ਅ ਮੈਨ ਇਜ਼ ਸਟ੍ਰੈਚਿੰਗ ਅ ਸਪਰਿੰਗ, ਜਦੋਂ ਇੱਕ ਮੈਨ ਇੱਕ ਸਪਰਿੰਗ ਨੂੰ ਸਟ੍ਰੈਚ ਕਰ ਰਿਹਾ ਤਾਂ ਉਹ ਜਿਹੜੀ ਸਪਰਿੰਗ ਹੈ ਮੂਵ ਵੀ ਕਰ ਰਹੀ ਹੈ, ਉਹ ਫੋਰਸ ਵੀ ਲਗਾ ਰਿਹਾ ਤਾਂ ਉਹਦੇ ਵਿੱਚ ਵੀ ਵਰਕ ਡਨ ਹੈਗੀ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕੰਡੀਸ਼ਨਸ ਫॉर ਡੂਇੰਗ ਵਰਕ। ਹੁਣ ਆਪਾਂ ਪੜ੍ਹ ਲਿਆ ਕਿ ਕਿਹੜੀਆਂ ਕੰਡੀਸ਼ਨਸ ਹੈ ਵੀ ਕੀ ਕੁਛ ਆਬਜੈਕਟ 'ਤੇ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਕਵਾਂਗੇ ਕਿ ਹਾਂ ਵਰਕ ਡਨ ਹੋਇਆ। ਤਾਂ ਫਸਟ ਕੰਡੀਸ਼ਨ ਕੀ ਆਪਾਂ ਨੂੰ ਫੋਰਸ ਲਾਉਣੀ ਪੈਣੀ ਹੈ, ਓਬਵੀਅਸ ਹੈ ਜੇ ਫੋਰਸ ਲਾਵਾਂਗੇ ਤਾਂ ਹੀ ਵਰਕ ਡਨ ਹੋਊਗਾ। ਸੈਕਿੰਡ ਕੀ ਹੈ ਡਿਸਪਲੇਸਮੈਂਟ, ਫੋਰਸ ਲਾਉਣ ਤੋਂ ਬਾਅਦ ਅਗਰ ਕੋਈ ਆਬਜੈਕਟ ਮੂਵ ਹੀ ਨਾ ਕੀਤਾ ਤਾਂ ਫਿਰ ਵਰਕ ਡਨ ਜ਼ੀਰੋ। ਤਾਂ ਇਹਦੇ ਵਿੱਚ ਆਪਾਂ ਨੂੰ ਫੋਰਸ ਵੀ ਚਾਹੀਦੀ ਹੈ, ਡਿਸਪਲੇਸਮੈਂਟ ਉਹ ਆਬਜੈਕਟ ਮੂਵ ਵੀ ਕਰਨਾ ਚਾਹੀਦਾ ਕਿੱਧਰ, ਇਨ ਦਾ ਡਾਇਰੈਕਸ਼ਨ ਆਫ ਅਪਲਾਈਡ ਫੋਰਸ, ਇਨ ਦਾ ਡਾਇਰੈਕਸ਼ਨ ਆਫ ਅਪਲਾਈਡ ਫੋਰਸ। ਇਹ ਵਾਲੀ ਡਾਇਰੈਕਸ਼ਨ 'ਚ ਅਪਲਾਈਡ ਫੋਰਸ ਦੀ ਡਾਇਰੈਕਸ਼ਨ 'ਚ ਅਗਰ ਕੋਈ ਚੀਜ਼ ਮੂਵ ਹੀ ਨਹੀਂ ਕੀਤੀ ਤਾਂ ਵਰਕ ਡਨ ਕੀ ਹੋਊਗਾ, ਜ਼ੀਰੋ। ਤਾਂ ਆਪਣੇ ਕੋਲ ਦੋ ਕੰਡੀਸ਼ਨਸ ਹੋ ਗਈਆਂ, ਪਹਿਲੀ ਹੋ ਗਈ ਫੋਰਸ ਮਸਟ ਬੀ ਅਪਲਾਈਡ, ਇਹ ਦੇਖੋ ਇਹ ਆਬਜੈਕਟ 'ਤੇ ਕੀ ਹੈ ਫੋਰਸ ਲਗਾ ਰਿਹਾ, ਜੇ ਆਬਜੈਕਟ 'ਤੇ ਫੋਰਸ ਲਗਾ ਰਿਹਾ ਪਲੱਸ ਆਬਜੈਕਟ ਮੂਵ ਵੀ ਕਰ ਰਿਹਾ, ਸੈਕਿੰਡ ਕੰਡੀਸ਼ਨ ਵੀ ਫੁੱਲਫਿਲ ਹੋ ਰਹੀ ਹੈ ਕਿ ਆਬਜੈਕਟ 'ਤੇ ਫੋਰਸ ਲਾਉਣ ਤੋਂ ਬਾਅਦ ਆਬਜੈਕਟ ਮੂਵ ਵੀ ਕਰ ਰਿਹਾ ਤਾਂ ਇਹਦੇ ਵਿੱਚ ਮਤਲਬ ਕੀ ਹੈ ਵਰਕ ਡਨ ਹੋ ਰਿਹਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਮੈਜਰਮੈਂਟ ਆਫ ਵਰਕ। ਵਰਕ ਨੂੰ ਅਗਰ ਆਪਾਂ ਮੈਜਰ ਕਰਨਾ ਮਤਲਬ ਜੇ ਆਪਾਂ ਨੂਮੈਰੀਕਲਸ ਕਰਨੇ ਆ ਵਰਕ ਦੇ ਤਾਂ ਨੂਮੈਰੀਕਲਸ ਕਰਨ ਲੱਗੇ ਆਪਾਂ ਕਿਹੜਾ ਫਾਰਮੂਲਾ ਯੂਜ਼ ਕਰਨਾ ਹੈ, W ਇਜ਼ ਇਕੁਅਲਸ ਟੂ FS। W ਇਜ਼ ਇਕੁਅਲਸ ਟੂ FS ਕੀ ਹੁੰਦਾ ਹੈ, ਦੈਟ ਵਰਕ ਡਨ ਇਜ਼ ਇਕੁਅਲਸ ਟੂ ਫੋਰਸ ਮਲਟੀਪਲਾਈ ਡਿਸਪਲੇਸਮੈਂਟ, ਵੀ ਕਿੰਨੀ ਫੋਰਸ ਲਈ ਅਤੇ ਕਿੰਨਾ ਆਬਜੈਕਟ ਡਿਸਪਲੇਸ ਹੋਇਆ ਇਨ ਅ ਡਾਇਰੈਕਸ਼ਨ ਆਫ ਅਪਲਾਈਡ ਫੋਰਸ, ਉਹ ਚੀਜ਼ ਨੂੰ ਆਪਾਂ ਬੋਲਦੇ ਹਾਂ ਵਰਕ ਡਨ। ਠੀਕ ਹੈ, ਆਹ ਵਾਲਾ ਜਿਹੜਾ ਫਾਰਮੂਲਾ ਹੈ ਇਹ ਆਪਾਂ ਨੂਮੈਰੀਕਲਸ ਵਿੱਚ ਯੂਜ਼ ਕਰਾਂਗੇ ਵਰਕ ਡਨ ਨੂੰ ਫਾਈਂਡ ਆਊਟ ਕਰਨ ਲਈ। ਇਹ ਫਾਰਮੂਲਾ ਹੋ ਗਿਆ ਆਪਣੇ ਕੋਲ। ਨੈਕਸਟ ਆ ਗਿਆ SI ਯੂਨਿਟ ਆਫ ਵਰਕ। SI ਯੂਨਿਟ ਆਫ ਵਰਕ ਕੀ ਹੁੰਦਾ ਹੈ, ਜਾਊਲ। SI ਯੂਨਿਟ ਆਫ ਐਨਰਜੀ ਵੀ ਜਾਊਲ ਹੁੰਦਾ ਹੈ, SI ਯੂਨਿਟ ਆਫ ਵਰਕ ਵੀ ਜਾਊਲ ਹੁੰਦਾ, ਦੋਨੋਂ ਦਾ ਯੂਨਿਟ SI ਯੂਨਿਟ ਸੇਮ ਹੈ, ਜਾਊਲ। ਠੀਕ ਹੈ, ਤਾਂ SI ਯੂਨਿਟ ਜਾਊਲ ਹੋ ਗਿਆ। ਹੁਣ ਆਪਾਂ ਗੱਲ ਕਰਨੀ ਹੈ, ਆਪਣੇ ਕੋਲ ਫਾਰਮੂਲਾ ਹੁੰਦਾ W ਇਜ਼ ਇਕੁਅਲਸ ਟੂ FS। ਆਪਾਂ ਗੱਲ ਕਰਨੀ ਹੈ ਕਿ ਵਰਕ ਡਨ 1 ਜਾਊਲ ਕਦੋਂ ਹੋਊਗਾ। ਵਰਕ ਡਨ ਆਪਾਂ ਕਦੋਂ ਕਵਾਂਗੇ ਕਿ ਜਿਹੜਾ ਆਪਣਾ ਕੰਮ ਹੈ 1 ਜਾਊਲ ਹੋਇਆ। ਮੰਨ ਲਓ ਮੇਰੇ ਕੋਲ ਫੋਰਸ ਹੈ, ਸੌਰੀ ਮੇਰੇ ਕੋਲ ਇੱਕ ਬਾਕਸ ਹੈ, ਉਹ ਬਾਕਸ 'ਤੇ ਕਦੋਂ 1 ਜਾਊਲ ਦਾ ਵਰਕ ਡਨ ਹੋਊਗਾ, ਜਦੋਂ ਮੈਂ 1 ਨਿਊਟਨ ਫੋਰਸ ਅਪਲਾਈ ਕਰੂੰਗੀ। ਫੋਰਸ ਕਿੰਨੀ, 1 ਨਿਊਟਨ ਅਪਲਾਈ ਕਰੂੰਗੀ ਅਤੇ ਇਹ ਆਬਜੈਕਟ 1 ਮੀਟਰ 'ਤੇ ਡਿਸਪਲੇਸ ਕਰ ਜੇ, ਮੂਵ ਕਰ ਜੇ। ਵਰਕ ਇਜ਼ ਸੈਡ ਟੂ ਬੀ 1 ਜਾਊਲ when 1 Newton of force applied on an object and that object moves 1 meter in a direction of applied force। ਤਾਂ ਉੱਥੋਂ ਆਪਾਂ ਕਵਾਂਗੇ ਕਿ ਜਿਹੜਾ ਵਰਕ ਡਨ ਹੈ ਉਹ ਕੀ ਹੈ 1 ਜਾਊਲ। ਠੀਕ ਹੈ, ਤਾਂ ਵਰਕ ਡਨ 1 ਜਾਊਲ ਕਦੋਂ ਹੋਊਗਾ, ਜਦੋਂ ਆਪਾਂ 1 ਨਿਊਟਨ ਆਫ ਫੋਰਸ ਲਗਾਵਾਂਗੇ ਅਤੇ ਉਹ ਜਿਹੜਾ ਆਬਜੈਕਟ ਹੈ ਉਹ 1 ਮੀਟਰ ਡਿਸਪਲੇਸ ਕਰ ਜੂਗਾ ਤਾਂ ਉਹਨੂੰ ਆਪਾਂ ਬੋਲਦੇ ਹਾਂ 1 ਜਾਊਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਬਿਗਰ ਯੂਨਿਟ ਆਫ ਵਰਕ। ਜਿਹੜੇ ਆਪਾਂ SI ਯੂਨਿਟ ਆਫ ਵਰਕ ਕੀਤੀ ਹੈ ਉਹ ਹੁੰਦੀ ਹੈ ਜਾਊਲ। ਬਿਗਰ ਯੂਨਿਟ ਆਫ ਵਰਕ ਆਪਾਂ ਕਿਹੜੀ ਯੂਜ਼ ਕਰਦੇ ਹਾਂ, ਕਿਲੋ ਜਾਊਲ। ਠੀਕ ਹੈ, ਕਿਲੋ ਜਾਊਲ ਅਤੇ ਜਾਊਲ ਵਿੱਚ ਕੀ ਰਿਲੇਸ਼ਨ ਹੈ, ਜਿਹੜਾ 1 ਕਿਲੋ ਜਾਊਲ ਹੁੰਦਾ ਹੈ 1 ਕਿਲੋ ਜਾਊਲ ਉਹ ਕਿੰਨੇ ਬਰਾਬਰ ਹੁੰਦਾ 1000 ਜਾਊਲ। ਇੱਥੇ ਕਿਲੋ ਮੀਨਸ 1000 ਅਤੇ ਜਾਊਲ ਸੇਮ, ਤਾਂ 1 ਕਿਲੋ ਜਾਊਲ ਵਿੱਚ 1000 ਜਾਊਲ ਹੁੰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਨੂਮੈਰੀਕਲਸ। ਫਸਟ ਨੂਮੈਰੀਕਲ ਆਪਣੇ ਕੋਲ ਇਹ ਨੂਮੈਰੀਕਲਸ ਹੈਗੇ ਆ ਰਿਲੇਟਡ ਟੂ ਨੂਮੈਰੀਕਲਸ ਆਫ ਵਰਕ ਡਨ। ਵਰਕ ਡਨ ਰਿਲੇਟਡ ਨੂਮੈਰੀਕਲਸ ਕਰਨ ਲੱਗੇ ਹਾਂ। ਫਸਟ ਨੂਮੈਰੀਕਲ ਆਪਣੇ ਕੋਲ ਅ ਚਾਈਲਡ ਅਪਲਾਈਜ਼ ਅ ਫੋਰਸ ਆਫ 5 ਨਿਊਟਨ। ਚਾਈਲਡ ਨੇ 5 ਨਿਊਟਨ ਫੋਰਸ ਲਗਾਈ, ਅਗਰ ਨਿਊਟਨ ਕੁਛ ਵੀ ਆ ਜਾਏ ਨਾ ਮਤਲਬ ਉਹ ਫੋਰਸ ਹੀ ਹੈ। ਠੀਕ ਹੈ, ਔਨ ਅ ਟੋਏ ਕਾਰ, ਉਹਨੇ ਟੋਏ ਕਾਰ ਨੂੰ ਪੁਸ਼ ਕੀਤਾ 5 ਨਿਊਟਨ ਦੀ ਫੋਰਸ ਨਾਲ ਐਂਡ ਇਜ਼ ਏਬਲ ਟੂ ਪੁਸ਼ ਅ ਟੋਏ ਕਾਰ ਥਰੂ ਅ ਡਿਸਟੈਂਸ ਆਫ 3.6 ਮੀਟਰ। ਡਿਸਟੈਂਸ ਨੂੰ ਆਪਾਂ S ਨਾਲ ਰਿਪਰੈਜ਼ੈਂਟ ਕਰਦੇ ਹਾਂ ਤਾਂ ਉਹਨੇ ਉਹ ਟੋਏ ਕਾਰਟ ਨੂੰ ਕੀ ਹੈ 3.6 ਮੀਟਰ ਡਿਸਪਲੇਸ ਕਰਤਾ। ਵਾਟ ਇਜ਼ ਅ ਵਰਕ ਡਨ, ਵਰਕ ਡਨ ਆਪਾਂ ਫਾਈਂਡ ਆਊਟ ਕਰਨਾ। ਤਾਂ ਵਰਕ ਡਨ ਦਾ ਆਪਾਂ ਨੂੰ ਫਾਰਮੂਲਾ ਪਤਾ ਹੈ, ਵਰਕ ਡਨ ਇਜ਼ ਇਕੁਅਲਸ ਟੂ 4 ਮਲਟੀਪਲਾਈ ਡਿਸਪਲੇਸਮੈਂਟ, ਫੋਰਸ ਮਲਟੀਪਲਾਈ ਡਿਸਪਲੇਸਮੈਂਟ। ਤਾਂ ਵਰਕ ਡਨ ਕੀ ਆ ਜਾਊਗਾ 5 ਮਲਟੀਪਲਾਈ 3.6, ਤਾਂ ਇਹਨੂੰ ਸੋਲਵ ਕਰ ਲਓ। 5 ਮਲਟੀਪਲਾਈ 36/10, 5 1 5, 5 2 10, ਆ ਵੀ ਕੱਟ ਹੋ ਗਈ। ਤਾਂ ਵਰਕ ਡਨ ਕਿੰਨਾ ਆ ਗਿਆ 18 ਜਾਊਲ। ਬਟ ਨੋਟ ਰੱਖਣਾ ਹੈ ਕਿ ਜਿਹੜਾ ਫੋਰਸ ਆ ਉਹ ਨਿਊਟਨ 'ਚ ਹੋਵੇ, ਡਿਸਟੈਂਸ ਹੈ ਮੀਟਰ 'ਚ ਹੋਵੇ। ਜੇ ਮੰਨ ਲਓ ਕਿਸੇ ਕੇਸ 'ਚ ਆਪਾਂ ਨੂੰ ਡਿਸਟੈਂਸ ਸੈਂਟੀਮੀਟਰ 'ਚ ਆ ਜੇ ਤਾਂ ਫਸਟਲੀ ਪਲੀਜ਼ ਉਹਨੂੰ ਮੀਟਰ 'ਚ ਕਨਵਰਟ ਕਰੋ। ਫੋਰਸ ਨਿਊਟਨ 'ਚ ਹੋਊਗੀ
ਤਾਂ ਉਹ ਨਿਊਟਨ ਮੀਟਰ ਕਰਕੇ ਆਪਾਂ ਜਾਊਲ ਕਰ ਸਕਦੇ ਹਾਂ। ਕਦੇ ਵੀ ਨਿਊਟਨ ਸੈਂਟੀਮੀਟਰ ਨਾ ਕਰ ਦਿਓ। ਅਗਰ ਸੈਂਟੀਮੀਟਰ 'ਚ ਡਿਸਟੈਂਸ ਗਿਵਨ ਹੈ ਤਾਂ ਉਹਨੂੰ ਪਹਿਲਾਂ ਮੀਟਰ 'ਚ ਕਨਵਰਟ ਕਰ ਦਿਓ, ਫਿਰ ਨਿਊਟਨ ਅਤੇ ਮੀਟਰ ਦਾ ਕੰਬੀਨੇਸ਼ਨ ਆਪਾਂ ਨੂੰ ਜਾਊਲ ਦੇ ਦੂਗਾ। ਠੀਕ ਹੈ, ਸਮਝ ਲੱਗ ਗਈ ਨਿਊਮੈਰੀਕਲ ਕਿਵੇਂ ਕਰਨਾ ਹੈ। ਨੈਕਸਟ ਨਿਊਮੈਰੀਕਲ ਆਪਣੇ ਕੋਲ a force of 25 ਨਿਊਟਨ, a force of 25 ਨਿਊਟਨ, ਫੋਰਸ ਆਪਾਂ ਨੂੰ ਗਿਵਨ ਹੈ 25 ਨਿਊਟਨ, displaces an object through a distance of 5 ਮੀਟਰ। ਉਹਨੇ ਆਬਜੈਕਟ ਨੂੰ ਕੀ ਹੈ 5 ਮੀਟਰ ਦੇ ਡਿਸਟੈਂਸ 'ਤੇ ਮੂਵ ਕਰਵਾਤਾ। ਕੈਲਕੂਲੇਟ ਦਾ ਅਮਾਊਂਟ ਆਫ ਵਰਕ ਡਨ। ਤਾਂ ਇਹਦੇ ਵਿੱਚ ਫੋਰਸ ਨਿਊਟਨ 'ਚ ਹੈ, ਡਿਸਟੈਂਸ ਮੀਟਰ 'ਚ ਹੈ, ਵਰਕ ਡਨ ਲੱਭਣਾ ਹੈ ਤਾਂ ਵਰਕ ਡਨ F ਮਲਟੀਪਲਾਈ S। ਤਾਂ ਵਰਕ ਡਨ ਕਿੰਨਾ ਆ ਜਾਊਗਾ F ਦੈਟ ਇਜ਼ 25 ਮਲਟੀਪਲਾਈ S ਕਿੰਨਾ 5, ਤਾਂ ਵਰਕ ਡਨ ਆ ਜਾਊਗਾ 125 ਜਾਊਲ। ਸਮਝ ਲੱਗ ਗਈ ਨਾ, ਈਜ਼ੀ ਨਿਊਮੈਰੀਕਲਸ ਹੈ। ਇੱਕ ਮੈਂ ਡਿਫੀਕਲਟ ਨਿਊਮੈਰੀਕਲ ਲੈਣ ਲੱਗੀ ਹਾਂ ਥੋੜ੍ਹਾ ਜਿਹਾ, ਜਿਹੜੇ ਕਿ ਆਪਣੀ ਬੁੱਕ ਵਿੱਚ ਵੀ ਹੈ, ਆਸ਼ਰੀਜਨ ICSE ਬੁੱਕ ਵਿੱਚ ਹੈ। ਤਾਂ ਉਹ ਨਿਊਮੈਰੀਕਲ ਕੀ ਹੈ ਦੇਖੋ, ਨਿਊਮੈਰੀਕਲ ਹੈ ਅ ਕੁਲੀ ਲਿਫਟ ਅ ਲਗੇਜ ਆਫ 20 kg। ਇੱਕ ਕੁਲੀ ਨੇ, ਇੱਕ ਮੰਨ ਲਓ ਆਪਣੇ ਕੋਲ ਕੁਲੀ ਹੈ, ਇਹਨੇ ਸਿਰ ਦੇ ਉੱਪਰ 20 kg ਦਾ ਇੱਕ ਭਾਰ ਰੱਖਿਆ ਹੋਇਆ ਆਪਣੇ ਸਿਰ ਉੱਪਰ। ਠੀਕ ਹੈ, ਫਰੋਮ ਦਾ ਗਰਾਊਂਡ ਐਂਡ ਪੁੱਟ ਇਟ ਔਨ ਹਿਜ਼ ਹੈਡ 1.7 ਮੀਟਰ। ਉਹਦੇ ਹੈੱਡ ਤੋਂ ਲੈ ਕੇ ਗਰਾਊਂਡ ਤੱਕ ਦਾ ਡਿਸਟੈਂਸ ਕਿੰਨਾ ਹੈ 1.7 ਮੀਟਰ। ਮਤਲਬ ਉਹਨੇ ਗਰਾਊਂਡ ਤੋਂ ਚੱਕਿਆ, ਆਪਦੇ ਹੈੱਡ 'ਤੇ ਰੱਖ ਲਿਆ, ਅਤੇ ਗਰਾਊਂਡ ਤੋਂ ਹੈੱਡ ਤੱਕ ਦਾ ਡਿਸਟੈਂਸ 1.7 ਮੀਟਰ ਗਿਵਨ ਹੈ। ਫਾਈਂਡ ਦਾ ਵਰਕ ਡਨ। ਆਪਾਂ ਵਰਕ ਡਨ ਕਰਨਾ ਵੀ ਉਹਨੇ ਕੁਲੀ ਨੇ ਕਿੰਨਾ ਵਰਕ ਡਨ ਕੀਤਾ। ਪਲੱਸ ਆਪਾਂ ਨੂੰ ਗਿਵਨ ਹੈ ਗ੍ਰੈਵਿਟੀ ਦੀ ਵੈਲਿਊ, ਗ੍ਰੈਵੀਟੇਸ਼ਨਲ ਫੋਰਸ ਦੀ ਵੈਲਿਊ 10 ਮੀਟਰ ਪਰ ਸੈਕਿੰਡ ਸਕੁਏਅਰ। ਠੀਕ ਹੈ, ਇਹ ਨਿਊਮੈਰੀਕਲ ਕਿਵੇਂ ਸੋਲਵ ਕਰਨਾ ਦੇਖੋ। ਇਹਦੇ ਵਿੱਚ ਆਪਾਂ ਨੂੰ 20 kg ਮਤਲਬ ਮਾਸ ਗਿਵਨ ਹੈ। ਠੀਕ ਹੈ, ਡਿਸਟੈਂਸ ਮਤਲਬ ਕਿ ਆਪਾਂ ਨੂੰ ਗਿਵਨ ਹੈ, ਡਿਸਟੈਂਸ ਗਿਵਨ ਹੈ S 1.7 ਮੀਟਰ ਗਿਵਨ ਹੈ। ਠੀਕ ਹੈ, ਇੱਕ ਆਪਾਂ ਨੂੰ G ਦੀ ਵੈਲਿਊ ਗਿਵਨ ਹੈ 10 ਮੀਟਰ ਪਰ ਸੈਕਿੰਡ ਸਕੁਏਅਰ। ਕਲੀਅਰ। ਆਪਾਂ ਨੇ ਕੈਲਕੂਲੇਟ ਕਰਨਾ ਇੱਥੇ ਵਰਕ ਡਨ। ਵਰਕ ਡਨ ਕੀ ਹੁੰਦਾ ਹੈ ਫੋਰਸ ਮਲਟੀਪਲਾਈ ਡਿਸਪਲੇਸਮੈਂਟ। S ਦੀ ਵੈਲਿਊ ਤਾਂ ਇੰਚ ਹੈਗੀ ਹੈ 1.7 ਮੀਟਰ ਫਾਈਨ, ਬਟ ਆਪਾਂ ਨੂੰ F ਦੀ ਵੈਲਿਊ ਨਹੀਂ ਗਿਵਨ ਗੀ, ਫੋਰਸ ਦੀ ਵੈਲਿਊ। ਤਾਂ ਫੋਰਸ ਦੀ ਵੈਲਿਊ ਕਿਵੇਂ ਕੈਲਕੂਲੇਟ ਕਰਨੀ ਹੁੰਦੀ ਹੈ, ਅਗਰ ਆਪਾਂ ਨੂੰ ਮਾਸ ਅਤੇ G ਦੀ ਵੈਲਿਊ ਗਿਵਨ ਹੋਵੇ ਸਮੋਲ g ਦੈਟ ਇਜ਼ ਗ੍ਰੈਵਿਟੀ, ਗ੍ਰੈਵੀਟੇਸ਼ਨਲ ਫੋਰਸ ਜਿਹਨੂੰ ਆਪਾਂ ਬੋਲ ਦਿੰਦੇ ਹਾਂ, ਤਾਂ ਉਹਦੀ ਵੈਲਿਊ ਕਿਵੇਂ ਫਾਈਂਡ ਆਊਟ ਕਰਨੀ ਹੈ। ਆਪਣੇ ਕੋਲ ਫਾਰਮੂਲਾ ਹੁੰਦਾ F ਇਜ਼ ਇਕੁਅਲਸ ਟੂ mg, ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਗ੍ਰੈਵਿਟੀ। ਠੀਕ ਹੈ, G ਵੈਲਿਊ ਗ੍ਰੈਵਿਟੀ। ਤਾਂ ਇਹ ਫਾਰਮੂਲਾ ਲਰਨ ਰੱਖ ਲਿਓ, F ਇਜ਼ ਇਕੁਅਲ ਟੂ mg। ਇਹ 9th ਕਲਾਸ ਵਿੱਚ ਪ੍ਰੂਫ ਆਊਗਾ ਕਿ F ਇਜ਼ ਇਕੁਅਲ ਟੂ ma ਜਾਂ F ਇਜ਼ ਇਕੁਅਲ ਟੂ mg ਕਿਵੇਂ ਹੁੰਦਾ। ਐਕਚੁਅਲੀ ਇਹ ਹੁੰਦਾ F ਇਜ਼ ਇਕੁਅਲ ਟੂ ma, ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ। ਮੋਸ਼ਨ ਵਾਲੇ ਚੈਪਟਰ 'ਚ ਆਊਗਾ ਪ੍ਰੂਵ ਕਰਨਾ 9th ਕਲਾਸ 'ਚ, ਬਟ ਹੁਣ ਤੁਸੀਂ ਲਰਨ ਹੀ ਰੱਖ ਲਓ F ਇਜ਼ ਇਕੁਅਲ ਟੂ mg। ਤਾਂ F ਇਜ਼ ਇਕੁਅਲਸ ਟੂ m ਕਿੰਨਾ 20, G ਕਿੰਨਾ 10, ਤਾਂ F ਦੀ ਵੈਲਿਊ ਆਪਣੇ ਕੋਲ ਆ ਗਈ 200 ਨਿਊਟਨ। ਕਲੀਅਰ। ਤਾਂ ਫਾਰਮੂਲੇ 'ਚ ਪੁੱਟ ਕਰ ਦਿਓ W ਇਜ਼ ਇਕੁਅਲ ਟੂ FS, W ਇਜ਼ ਇਕੁਅਲ ਟੂ F ਕਿੰਨਾ 200 ਮਲਟੀਪਲਾਈ S ਕਿੰਨਾ 1.7, ਤਾਂ 200 ਮਲਟੀਪਲਾਈ 1.7 ਕਰੋਗੇ ਤਾਂ ਆ ਜਾਊਗਾ 340 ਜਾਊਲ। ਤਾਂ ਇਹ ਵਾਲਾ ਆਨਸਰ ਆ ਗਿਆ। ਬਸ ਤੁਸੀਂ ਸਾਰੇ ਜੋ ਆਪਾਂ ਨੂੰ ਗਿਵਨ ਹੁੰਦੀਆਂ ਚੀਜ਼ਾਂ ਉਹ ਲਿਖ ਲੈਣੀਆਂ, ਜੋ ਵੀ ਗਿਵਨ ਆ ਉਹ ਸਾਰਾ ਕੁਛ ਲਿਖ ਲਿਆ, ਫਾਰਮੂਲਾਜ਼ ਲਿਖ ਲਏ ਅਤੇ ਉਹਦੇ ਅਕੋਰਡਿੰਗ ਪੁੱਟ ਕਰਤਾ। ਠੀਕ ਹੈ, ਤਾਂ ਇਹ ਸਾਰਾ ਕਨਸੈਪਟ ਹੋ ਗਿਆ ਆਪਣੇ ਕੋਲ ਹੁਣ ਐਨਰਜੀ ਦਾ, ਸੌਰੀ ਵਰਕ ਡਨ ਦਾ। ਨੈਕਸਟ ਆਪਣੇ ਕੋਲ ਟੋਪਿਕ ਆ ਗਈ ਐਨਰਜੀ। ਐਨਰਜੀ ਜਿਵੇਂ ਆਪਾਂ ਡੈਫੀਨੇਸ਼ਨ ਕੀਤੀ ਹੈ ਕਿ ਐਨਰਜੀ ਕੀ ਹੁੰਦੀ ਹੈ, ਕਪੈਸਿਟੀ ਟੂ ਡੂ ਵਰਕ, ਅਬਿਲਿਟੀ ਟੂ ਡੂ ਵਰਕ ਜਾਂ ਕਪੈਸਿਟੀ ਟੂ ਡੂ ਵਰਕ ਹੁੰਦੀ ਹੈ ਐਨਰਜੀ। ਨੈਕਸਟ ਆ ਗਿਆ ਆਪਣੇ ਕੋਲ SI ਯੂਨਿਟ ਆਫ ਐਨਰਜੀ। SI ਯੂਨਿਟ ਆਫ ਵਰਕ ਕੀ ਸੀ ਜਾਊਲ, SI ਯੂਨਿਟ ਆਫ ਐਨਰਜੀ ਵੀ ਕੀ ਹੁੰਦੀ ਹੈ ਜਾਊਲ, ਜਿਹਨੂੰ ਆਪਾਂ ਕੈਪੀਟਲ J ਨਾਲ ਰਿਪਰੈਜ਼ੈਂਟ ਕਰਦੇ ਹਾਂ। ਨੈਕਸਟ ਆ ਗਿਆ ਆਪਣੇ ਕੋਲ ਅਦਰ ਯੂਨਿਟਸ ਆਫ ਐਨਰਜੀ। ਤਾਂ ਅਦਰ ਯੂਨਿਟਸ ਆਫ ਐਨਰਜੀ ਕਿਹੜੀ ਕਿਹੜੀ ਹੁੰਦੀ ਹੈ, ਇੱਕ ਹੁੰਦੀ ਹੈ ਕਿਲੋ ਜਾਊਲ, ਮੈਗਾ ਜਾਊਲ, ਗੀਗਾ ਜਾਊਲ। ਇਹ ਆਪਾਂ ਰਿਲੇਸ਼ਨ ਯਾਦ ਰੱਖਣੇ ਹੈ। 1 ਕਿਲੋ ਜਾਊਲ ਵਿੱਚ 10⁻³ ਜਾਊਲ ਹੁੰਦੇ ਆ, ਮਤਲਬ 1000, 10⁻³ ਮਤਲਬ 1 ਦੇ ਪਿੱਛੇ 3 zeros। 1 ਮੈਗਾ ਜਾਊਲ ਦੇ ਵਿੱਚ 10⁻6 ਜਾਊਲ, ਮਤਲਬ 1 ਦੇ ਪਿੱਛੇ 6 zeros, 1 2 3 4 5 6। ਠੀਕ ਹੈ, 1 ਗੀਗਾ ਜਾਊਲ, ਇਹ ਸਾਰੀਆਂ ਬਿਗਰ ਯੂਨਿਟਸ ਹੈ। 1 ਗੀਗਾ ਜਾਊਲ ਦੇ ਵਿੱਚ 10⁻9 ਯੂਨਿਟ, 9 ਜਾਊਲ ਦੈਟ ਇਜ਼ 1 ਦੇ ਪਿੱਛੇ 9 zeros, 1 2 3 4 5 6 7 8 9। ਠੀਕ ਹੈ, ਤਾਂ ਇੰਨਾ ਖੋਲ ਕੇ ਲਿਖਣ ਦੀ ਲੋੜ ਨਹੀਂ ਹੁੰਦੀ, ਬਸ 10⁻6 10⁻3 3 6 ਅਤੇ 9, ਬਸ ਇੱਦਾਂ ਹੀ ਯਾਦ ਰੱਖਣੀ ਆਪਾਂ।
ठीक है। ਨੈਕਸਟ ਆ ਗਿਆ ਆਪਣੇ ਕੋਲ ਫਾਰਮਸ ਆਫ એનર્ਜੀ। ਜਿਹੜੀ એનર્ਜੀ ਹੁੰਦੀ ਹੈ ਉਹ ਕਾਫੀ ਫਾਰਮ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਮਕੈਨੀਕਲ એનર્ਜੀ ਵਿੱਚ ਗਾਂ ਦੋ એનર્ਜੀਜ਼ ਆ ਜਾਣਗੀਆਂ, ਕਾਈਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ। ਇਹ 1 ਬਾਏ 1 ਆਪਾਂ ਰੀਡ ਕਰਾਂਗੇ ਤੇ ਆਪਣੇ ਇਸ ਚੈਪਟਰ ਵਿੱਚ ਆਹੀ ਦੋ ਆਪਾਂ એનર્ਜੀਜ਼ ਲਰਨ ਕਰਨੀ ਹੈ, ਠੀਕ ਹੈ। ਵੈਸੇ ਡਿਫਰੈਂਟ ਫਾਰਮਸ ਆਫ એનર્ਜੀ ਹੁੰਦੀ, ਜਿਵੇਂ ਹੀਟ એનર્ਜੀ, ਲਾਈਟ એનર્ਜੀ, ਇਲੈਕਟ੍ਰੀਕਲ, ਇਹ ਸਾਰੀਆਂ ਫਾਰਮਸ ਆਫ એનર્ਜੀ ਹੈ, ਫਾਈਨ। ਤਾਂ ਫਸਟ ਆਪਣੇ ਕੋਲ ਹੈਗੀ ਹੈ ਮਕੈਨੀਕਲ એનર્ਜੀ। ਮਕੈਨੀਕਲ એનર્ਜੀ ਦਾ ਮਤਲਬ ਕੀ ਹੈ? ਦ એનર્ਜੀ ਪੋਜ਼ੈਸਡ ਬਾਈ ਇਨ ਐਨ ਆਬਜੈਕਟ ਬਾਈ ਵਰਚੂ ਆਫ ਇਟਸ ਸਟੇਟ ਆਫ ਮੋਸ਼ਨ। ਦੇਖੋ, ਅਗਰ ਇੱਕ ਆਬਜੈਕਟ ਦੇ ਵਿੱਚ ਸਟੇਟ ਆਫ ਮੋਸ਼ਨ ਵੀ ਹੈ, ਮਤਲਬ ਉਹ ਆਬਜੈਕਟ ਮੂਵ ਵੀ ਕਰ ਰਿਹਾ, ਐਂਡ ਸਪੈਸੀਫਿਕ ਪੋਜੀਸ਼ਨ, ਉਹ ਮਤਲਬ ਇੱਕ ਸਪੈਸੀਫਿਕ ਪੋਜੀਸ਼ਨ 'ਤੇ ਮਤਲਬ ਇੱਕ ਹਾਈਟ 'ਤੇ ਵੀ ਹੈ, ਠੀਕ ਹੈ, ਉਹ ਮੋਸ਼ਨ 'ਚ ਵੀ ਹੈ। ਜਿਵੇਂ ਵਾਟਰ ਫਾਲਿੰਗ ਹੈ, ਇਹ ਵਾਟਰ ਫਾਲਿੰਗ ਮੂਵ ਵੀ ਕਰਦਾ ਪਿਆ, ਇਹ ਇੱਕ ਹਾਈਟ 'ਤੇ ਵੀ ਹੈ, ਮਤਲਬ ਪੋਜੀਸ਼ਨ 'ਤੇ ਵੀ ਹੈ, ਅਤੇ ਜਿਹਦੇ ਵਿੱਚ ਕੌਨਫੀਗਰੇਸ਼ਨ, ਸ਼ੇਪ ਐਂਡ ਸਾਈਜ਼ ਵੀ ਚੇਂਜ ਹੋਵੇ, ਤਾਂ ਉਹ ਵਾਲੀ એનર્ਜੀ ਜਿਹੜੇ ਕਿਸੇ ਆਬਜੈਕਟ ਵਿੱਚ ਪੋਜ਼ੈਸਡ ਹੁੰਦੀ ਹੈ, ਕੰਟੇਨਡ ਹੁੰਦੀ ਹੈ, ਉਹ એનર્ਜੀ ਨੂੰ ਆਪਾਂ ਬੋਲਦੇ ਹਾਂ ਮਕੈਨੀਕਲ એનર્ਜੀ। ਸਮਝ ਲੱਗ ਗਈ ਮਕੈਨੀਕਲ એનર્ਜੀ ਕੀ ਹੁੰਦੀ ਹੈ? ਉੱਦਾਂ ਦੀ એનર્ਜੀ ਜਿਹੜੇ ਕਿਸੇ ਆਬਜੈਕਟ ਵਿੱਚ ਹੋਊਗੀ, ਕਾਹਦੇ ਕਰਕੇ? ਜਾਂ ਤਾਂ ਉਹਦੇ ਮੋਸ਼ਨ ਕਰਕੇ, ਜਾਂ ਉਹਦੀ ਕੋਈ ਪੋਜੀਸ਼ਨ ਕਰਕੇ, ਜਾਂ ਹਾਈਟ ਕਰਕੇ, ਜਾਂ ਉਹਦੀ ਕੌਨਫੀਗਰੇਸ਼ਨ, ਸ਼ੇਪ ਐਂਡ ਸਾਈਜ਼ ਕਰਕੇ, ਤਾਂ ਉਹ ਵਾਲੀ ਚੀਜ਼ ਨੂੰ ਆਪਾਂ ਬੋਲਦੇ ਹਾਂ ਮਕੈਨੀਕਲ એનર્ਜੀ। ਤਾਂ ਜਦੋਂ ਦਾ ਆਪਾਂ ਸਟੇਟ ਆਫ ਮੋਸ਼ਨ ਦੀ ਗੱਲ ਕਰਨੀ ਹੈ, ਜਦੋਂ ਕੋਈ ਬਾਡੀ ਮੂਵ ਕਰਦੀ ਪਈ ਹੈ, ਮੂਵ ਕਰਨ ਦੇ ਵਿੱਚ ਕਿਹੜੀ એનર્ਜੀ ਹੁੰਦੀ ਹੈ? ਕਾਈਨੈਟਿਕ એનર્ਜੀ। ਅਗਰ ਕੋਈ ਬਾਡੀ ਕੋਈ ਪਰਟੀਕੂਲਰ ਹਾਈਟ 'ਤੇ ਹੈ, ਜਾਂ ਸਪੈਸੀਫਿਕ ਪੋਜੀਸ਼ਨ 'ਤੇ ਰੈਸਟ ਵਿੱਚ ਹੈ, ਜਾਂ ਠੀਕ ਹੈ ਰੈਸਟ ਵਿੱਚ ਹੈ, ਮੂਵ ਕਰਦੀ ਪਈ ਹੈ, ਉਹ ਪਰ ਹਾਈਟ 'ਤੇ ਹੈ, ਤਾਂ ਉਹਦੇ ਵਿੱਚ ਹੁੰਦੀ ਹੈ ਪੋਟੈਂਸ਼ੀਅਲ એનર્ਜੀ। ਅਗਰ ਕਿਸੇ ਬਾਡੀ ਦੀ ਸ਼ੇਪ ਐਂਡ ਸਾਈਜ਼ ਆਪਾਂ ਚੇਂਜ ਕਰ ਰਹੇ ਹਾਂ, ਜਾਂ ਕੌਨਫੀਗਰੇਸ਼ਨ ਚੇਂਜ ਕਰਦੇ ਹਾਂ, ਉਹਦੇ ਵਿੱਚ ਹੁੰਦੀ ਹੈ ਇਲਾਸਟਿਕ ਪੋਟੈਂਸ਼ੀਅਲ એનર્ਜੀ। 1 ਬਾਏ 1 ਆਪਾਂ ਸਟੱਡੀ ਕਰਦੇ ਹਾਂ ਵੈਸੇ ਕੀ ਹੁੰਦੀ ਹੈ, ਕਿਹੜੇ ਕਿਹੜੇ ਫੈਕਟਰਸ 'ਤੇ ਡਿਪੈਂਡ ਕਰਦੀ ਹੈ। ਤਾਂ ਨੈਕਸਟ ਫਸਟ ਫਾਰਮ ਆ ਗਿਆ ਆਪਣੇ ਕੋਲ ਕਾਈਨੈਟਿਕ એનર્ਜੀ। ਕਾਈਨੈਟਿਕ એનર્ਜੀ ਕੀ ਹੁੰਦੀ ਹੈ? એનર્ਜੀ ਪੋਜ਼ੈਸਡ ਬਾਈ ਐਨ ਆਬਜੈਕਟ ਇਨ ਮੋਸ਼ਨ। ਅਗਰ ਕੋਈ ਵੀ ਆਬਜੈਕਟ ਮੋਸ਼ਨ ਵਿੱਚ ਹੈ, ਤਾਂ ਉਹ ਆਬਜੈਕਟ ਵਿੱਚ ਕਿਹੜੀ એનર્ਜੀ ਹੋਊਗੀ? ਕਾਈਨੈਟਿਕ એનર્ਜੀ। ਜਿਵੇਂ ਕਾਰ ਮੂਵ ਕਰ ਰਹੀ ਹੈ ਰੋਡ 'ਤੇ, ਤਾਂ ਕਾਰ ਵਿੱਚ ਕਿਹੜੀ એનર્ਜੀ ਹੈ? ਕਾਰ ਦੇ ਵਿੱਚ ਕਿਹੜੀ એનર્ਜੀ ਸਟੋਰਡ ਹੈ? ਕਾਈਨੈਟਿਕ એનર્ਜੀ। ਜਿਵੇਂ ਵਿੰਡ ਮਿਲਸ ਮੂਵ ਕਰਦੀਆਂ ਪਈਆਂ, ਵਿੰਡ ਕਰਕੇ ਵਿੰਡ ਮਿਲ ਮੂਵ ਕਰ ਰਹੀ ਹੋਈ ਹੈ, ਤਾਂ ਮੋਸ਼ਨ ਕਰਕੇ ਕਿਹੜੀ એનર્ਜੀ ਹੈ? ਕਾਈਨੈਟਿਕ એનર્ਜੀ। ਜਿਹੜੀ ਕਾਈਨੈਟਿਕ એનર્ਜੀ ਹੈ ਉਹ 2 ਫੈਕਟਰਸ 'ਤੇ ਡਿਪੈਂਡ ਕਰਦੀ ਹੈ। ਕਿਹੜੇ ਕਿਹੜੇ 2 ਫੈਕਟਰਸ ਹੈ? ਫਸਟ ਹੈਗਾ ਮਾਸ, ਵੀ ਕਿੰਨਾ ਮਾਸ ਹੈ ਉਹਦੇ 'ਤੇ ਡਿਪੈਂਡ ਕਰਦੀ ਹੈ ਕਾਈਨੈਟਿਕ એનર્ਜੀ। ਸੈਕਿੰਡ ਹੈਗੀ ਹੈ ਵੈਲੋਸਿਟੀ। ਤਾਂ ਆਪਣੇ ਕੋਲ ਰਿਲੇਸ਼ਨ ਤੁਸੀਂ ਲਰਨ ਰੱਖਣਾ ਹੈ, ਕਾਈਨੈਟਿਕ એનર્ਜੀ ਇਜ਼ ਇਕੁਅਲਸ ਟੂ ਹਾਫ mv²। ਮਾਸ ਵੀ ਡਾਇਰੈਕਟਲੀ ਪ੍ਰਪੋਰਸ਼ਨਲ ਕਾਈਨੈਟਿਕ એનર્ਜੀ ਦੇ, ਵੈਲੋਸਿਟੀ ਦਾ ਸਕੁਏਅਰ ਵੀ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਕਾਈਨੈਟਿਕ એનર્ਜੀ ਦੇ। ਜਿਵੇਂ ਜਿਵੇਂ ਆਪਾਂ ਮਾਸ ਨੂੰ ਵਧਾਵਾਂਗੇ, ਉਵੇਂ ਉਵੇਂ ਕਾਈਨੈਟਿਕ એનર્ਜੀ ਵਧੀ ਜਾਊ, ਜਿਵੇਂ ਜਿਵੇਂ ਵੈਲੋਸਿਟੀ ਇਨਕਰੀਜ਼ ਕਰਾਂਗੇ, ਉਵੇਂ ਉਵੇਂ ਕਾਈਨੈਟਿਕ એનર્ਜੀ ਇਨਕਰੀਜ਼ ਕਰੀ ਜਾਊ। ਮਤਲਬ ਦੋਨੋਂ ਕੀ ਹੈ? ਡਾਇਰੈਕਟਲੀ ਪ੍ਰਪੋਰਸ਼ਨਲ ਹੈ ਕਾਈਨੈਟਿਕ એનર્ਜੀ ਦੇ। ਤਾਂ ਇਹ ਫਾਰਮੂਲਾ ਲਰਨ ਰੱਖਣਾ ਹੈ, ਕਾਈਨੈਟਿਕ એનર્ਜੀ ਇਜ਼ ਇਕੁਅਲਸ ਟੂ ਹਾਫ mv²। ਰਿਲੇਟਡ ਨੂਮੈਰੀਕਲਸ ਆਉਣਗੇ ਕਿ ਮਾਸ ਗਿਵਨ ਹੈ, ਵੈਲੋਸਿਟੀ ਗਿਵਨ ਹੈ, ਜਾਂ ਵੈਲੋਸਿਟੀ ਨੂੰ ਆਪਾਂ 8th ਕਲਾਸ ਤੱਕ ਸਪੀਡ ਵੀ ਬੋਲ ਦਿੰਦੇ ਹਾਂ ਕਿ ਕਿਸੇ ਆਬਜੈਕਟ ਦੀ ਸਪੀਡ ਗਿਵਨ ਹੈ ਤਾਂ ਕਾਈਨੈਟਿਕ એનર્ਜੀ ਲੱਭ ਦਿਓ, ਜਾਂ ਕਾਈਨੈਟਿਕ એનર્ਜੀ ਗਿਵਨ ਹੈ, ਮਾਸ ਗਿਵਨ ਹੈ, ਵੈਲੋਸਿਟੀ ਲੱਭ ਦਿਓ। ਇੱਦਾਂ ਦੇ ਨੂਮੈਰੀਕਲਸ ਆਪਾਂ ਕਰਾਂਗੇ, ਠੀਕ ਹੈ। ਨੂਮੈਰੀਕਲਸ ਆ ਗਏ। ਫਸਟ ਨੂਮੈਰੀਕਲ ਹੈ ਰਿਲੇਟਡ ਟੂ ਕਾਈਨੈਟਿਕ એનર્ਜੀ। ਅ ਬੁਲੇਟ ਆਫ ਮਾਸ 10 ਗ੍ਰਾਮ ਇਜ਼ ਮੂਵਿੰਗ ਵਿਦ ਅ ਸਪੀਡ ਆਫ 200 ਮੀਟਰ ਪਰ ਸੈਕਿੰਡ। ਇੱਕ ਬੁਲੇਟ ਦਾ ਮਾਸ 10 ਗ੍ਰਾਮ ਹੈ। 10 ਗ੍ਰਾਮ ਮਤਲਬ ਕਿ ਆਪਾਂ ਨੂੰ ਮਾਸ ਗਿਵਨ ਹੈ 10 ਗ੍ਰਾਮ, ਠੀਕ ਹੈ, ਅਤੇ ਉਹ ਕੀ ਹੈ 200 ਮੀਟਰ ਪਰ ਸੈਕਿੰਡ 'ਤੇ ਜਾ ਰਿਹਾ, ਮਤਲਬ ਉਹਦੀ ਸਪੀਡ ਕਿੰਨੀ ਹੈ? 200 ਮੀਟਰ ਪਰ ਸੈਕਿੰਡ। ਵਾਟ ਇਜ਼ ਅ ਕਾਈਨੈਟਿਕ એનર્ਜੀ? ਤਾਂ ਕਾਈਨੈਟਿਕ એનર્ਜੀ ਆਪਾਂ ਕੈਲਕੂਲੇਟ ਕਰਨੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਦੇਖੋ ਕਿ ਜਿਹੜਾ ਆਪਣੇ ਕੋਲ ਮਾਸ ਹੁੰਦਾ ਹੈ, ਮਾਸ ਆਪਾਂ ਨੂੰ ਗ੍ਰਾਮ 'ਚ ਗਿਵਨ ਹੈ, ਠੀਕ ਹੈ। ਤਾਂ ਫਸਟ ਆਫ ਆਲ ਕੀ ਕਰਨਾ ਹੈ? ਮਾਸ ਨੂੰ ਆਪਾਂ ਕਿਲੋਗ੍ਰਾਮ 'ਚ ਕਨਵਰਟ ਕਰਨਾ ਹੈ, ਕਿਉਂਕਿ ਜੇ ਆਪਣੇ ਕੋਲ ਇੱਥੇ ਸਪੀਡ ਮੀਟਰ ਪਰ ਸੈਕਿੰਡ 'ਚ ਗਿਵਨ ਹੈ, ਮੀਟਰ ਪਰ ਸੈਕਿੰਡ ਮਤਲਬ ਸਪੀਡ ਦੀ ਆਪਣੇ ਕੋਲ SI ਯੂਨਿਟ ਹੈ, ਠੀਕ ਹੈ। ਤਾਂ ਇਹਦੇ ਵਿੱਚ ਕੀ ਕਰਨਾ ਹੁੰਦਾ? ਹਮੇਸ਼ਾ ਮਾਸ ਦੀ ਯੂਨਿਟ ਤੁਸੀਂ ਰੱਖਣੀ ਹੈ ਕਿਲੋਗ੍ਰਾਮ, ਅਤੇ ਵੈਲੋਸਿਟੀ ਦੀ ਯੂਨਿਟ ਮੀਟਰ ਪਰ ਸੈਕਿੰਡ। ਤਾਂ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਏਅਰ ਆਪਾਂ ਦੇ ਦੂਗੀ એનર્ਜੀ, ਠੀਕ ਹੈ। ਤਾਂ ਇਹਦੇ ਵਿੱਚ ਤੁਸੀਂ ਕੀ ਹੈ 10 ਗ੍ਰਾਮ ਨੂੰ ਕਿਲੋਗ੍ਰਾਮ 'ਚ ਕਨਵਰਟ ਕਰ ਲਓ। ਤਾਂ ਗ੍ਰਾਮ ਨੂੰ ਕਿਲੋਗ੍ਰਾਮ 'ਚ ਕਿਵੇਂ ਕਰੋਗੇ? ਡਿਵਾਈਡ ਬਾਈ 1000। ਤਾਂ ਆਨਸਰ ਕਿੰਨਾ ਆ ਜਾਊਗਾ ਆਪਣਾ? 0.01 ਕਿਲੋਗ੍ਰਾਮ। ਬਸ ਹੁਣ ਸਿੰਪਲੀ ਫਾਰਮੂਲੇ 'ਚ ਪੁੱਟ ਕਰ ਦਿਓ। ਫਾਰਮੂਲਾ ਕੀ ਹੁੰਦਾ ਆਪਣੇ ਕੋਲ? ਕਾਈਨੈਟਿਕ એનર્ਜੀ ਇਜ਼ ਇਕੁਅਲਸ ਟੂ ਹਾਫ mv², ਠੀਕ ਹੈ। ਹਾਫ m ਕਿੰਨਾ ਹੈ ਆਪਣੇ ਕੋਲ?
0.01 ਮਲਟੀਪਲਾਈ v ਸਕੇਅਰ ਮਤਲਬ ਸਪੀਡ ਸਕੇਅਰ ਨੂੰ ਸਪੀਡ ਨੂੰ 2 ਵਾਰੀ ਲਿਖ ਲਓ ਇੱਥੇ। ਕਲੀਅਰ? ਇਹਨੂੰ ਖੋਲ ਲਓ ਹੁਣ। 1/2 0.01 ਮਤਲਬ 1/100 200 ਮਲਟੀਪਲਾਈ 200 ਇਹਨੂੰ ਤੁਸੀਂ ਸੋਲਵ ਕਰ ਸਕਦੇ ਹੋ। ਆਂਸਰ ਆਪਣੇ ਕੋਲ ਆ ਗਿਆ 200 ਜਾਊਲ। ਤਾਂ ਕਿਨੈਟਿਕ ਐਨਰਜੀ ਆਪਣੇ ਕੋਲ ਕਿੰਨੀ ਆ ਗਈ 200 ਜਾਊਲ। ਸਮਝ ਲੱਗ ਗਈ ਨਾ? ਤਾਂ ਨੈਕਸਟ ਆ ਗਿਆ ਆਪਣੇ ਕੋਲ ਨੈਕਸਟ ਨੂਮੈਰੀਕਲ ਵਿਚ ਹੈਜ਼ ਗ੍ਰੇਟਰ ਕਿਨੈਟਿਕ ਐਨਰਜੀ। ਇਹਨਾਂ ਵਿੱਚੋਂ ਕਿਹਦੇ ਕੋਲ ਗ੍ਰੇਟਰ ਕਿਨੈਟਿਕ ਐਨਰਜੀ ਹੈ? ਆ ਸਟੋਨ ਆਫ ਮਾਸ 0.5 ਕਿਲੋਗ੍ਰਾਮ। ਦੇਖੋ ਇਹਦੇ ਵਿੱਚ ਮਾਸ ਆਲਰੇਡੀ ਕਿਲੋਗ੍ਰਾਮ 'ਚ ਗਿਵਨ ਹੈ ਤਾਂ ਆਪਾਂ ਨੂੰ ਕਨਵਰਟ ਕਰਨ ਦੀ ਲੋੜ ਨਹੀਂ। ਅਤੇ ਸਪੀਡ ਗਿਵਨ ਹੈ, ਜਾਂ ਤੁਸੀਂ v ਲਿਖ ਸਕਦੇ ਹੋ ਜਾਂ s ਲਿਖ ਸਕਦੇ, ਜੋ ਮਰਜ਼ੀ ਲਿਖ ਲਓ, 3 ਮੀਟਰ ਪਰ ਸੈਕਿੰਡ। ਇਹਦੀ ਕਿਨੈਟਿਕ ਐਨਰਜੀ ਕੱਢ ਲਓ। ਕਿਨੈਟਿਕ ਐਨਰਜੀ ਕੀ ਹੁੰਦਾ ਹੈ? ਹਾਫ mv ਸਕੇਅਰ। ਠੀਕ ਹੈ, ਹਾਫ m ਕਿੰਨਾ ਹੈ 0.5 ਸਪੀਡ ਸਕੇਅਰ ਮਤਲਬ ਵੈਲੋਸਿਟੀ ਸਕੇਅਰ 3 × 3 ਸੋ 1/2 5 × 10 3 × 3। ਇਹਨੂੰ ਜਦੋਂ ਸੋਲਵ ਕਰੋਗੇ ਤੁਹਾਡੇ ਕੋਲ ਆਂਸਰ ਆ ਜਾਊਗਾ ਇੱਥੇ 2.25 ਜਾਊਲ। ਠੀਕ ਹੈ, ਇਹ ਆ ਗਿਆ A ਪਾਰਟ ਲਈ। B ਪਾਰਟ ਕੀ ਆਪਣੇ ਕੋਲ? ਆ ਮਾਸ ਆਫ 0.1 ਕਿਲੋਗ੍ਰਾਮ। ਮਾਸ ਆਪਾਂ ਨੂੰ ਗਿਵਨ ਹੈ 0.1 ਕਿਲੋਗ੍ਰਾਮ। ਇਹ ਵੀ ਆਲਰੇਡੀ ਕਿਲੋਗ੍ਰਾਮ 'ਚ ਇਹਨੂੰ ਕਨਵਰਟ ਕਰਨ ਦੀ ਲੋੜ ਨਹੀਂ। ਸਪੀਡ ਆਪਾਂ ਨੂੰ ਗਿਵਨ ਹੈ ਜਾਂ ਵੈਲੋਸਿਟੀ ਗਿਵਨ ਆਪਾਂ ਨੂੰ 15 ਮੀਟਰ ਪਰ ਸੈਕਿੰਡ। ਤਾਂ ਕਿਨੈਟਿਕ ਐਨਰਜੀ ਕੱਢ ਦਿਓ ਬਾਈ ਦਾ ਫਾਰਮੂਲਾ ਹਾਫ mv ਸਕੇਅਰ। ਹਾਫ m ਕਿੰਨਾ 0.1 v ਕਿੰਨਾ 15 × 15। 2 ਵਾਰੀ ਕਾਹਤੋਂ ਲਿਆ? ਕਿਉਂਕਿ v ਸਕੇਅਰ ਹੁੰਦਾ। ਹਾਫ m ਮਤਲਬ 1/10 15 × 15। ਤਾਂ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਆਂਸਰ ਆ ਜਾਊਗਾ 11.25 ਜਾਊਲ। ਪਿੱਛੇ ਆ ਯੂਨਿਟ ਲਿਖਣੀ ਨਹੀਂ ਭੁੱਲਣੀ। ਠੀਕ ਹੈ, ਜੇ ਯੂਨਿਟ ਨਾ ਲਿਖੀ ਤਾਂ ਕੋਈ ਮਾਰਕਸ ਨਹੀਂ ਮਿਲਣਾ। ਤਾਂ ਇਹਨਾਂ ਵਿੱਚੋਂ ਕਿਹਦੀ ਕਿਨੈਟਿਕ ਐਨਰਜੀ ਜ਼ਿਆਦਾ ਹੈ, 2.25 ਦੀ ਕਿ 11.25 ਦੀ? ਤਾਂ ਓਬਵੀਅਸ ਹੈ ਇਹਦੇ ਵਿੱਚ ਜਿਹੜੀ ਕਿਨੈਟਿਕ ਐਨਰਜੀ ਹੈ ਉਹ B ਵਾਲੇ ਜਿਹੜੇ ਆਬਜੈਕਟ ਆ ਉਹਦੀ ਜ਼ਿਆਦਾ ਹੈ। ਇਹਦੀ ਜਿਹੜੀ ਕਿਨੈਟਿਕ ਐਨਰਜੀ ਆ ਉਹ ਜ਼ਿਆਦਾ ਹੈ। ਸਮਝ ਲੱਗ ਗਈ ਨਾ? ਮਤਲਬ ਬॉल ਦੀ ਕਿਨੈਟਿਕ ਐਨਰਜੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਸਟੋਨ ਦੀ। ਬਸ ਇੱਦਾਂ ਹੀ ਆਪਾਂ ਸਿੰਪਲੀ ਫਾਰਮੂਲਾ ਲਿਖਣਾ ਹੈ, ਤੁਹਾਨੂੰ 'ਚ ਵੈਲਿਊਜ਼ ਪੁੱਟ ਕਰਨੀ ਹੈ। ਬਸ ਚੈੱਕ ਇਹ ਰੱਖਣਾ ਹੈ ਕਿ ਜਿਹੜਾ ਮਾਸ ਆ ਉਹ ਕਿਲੋਗ੍ਰਾਮ 'ਚ ਹੋਵੇ ਅਤੇ ਵੈਲੋਸਿਟੀ ਆਪਣੀ ਜਾਂ ਸਪੀਡ ਮੀਟਰ ਪਰ ਸੈਕਿੰਡ 'ਚ ਹੋਵੇ। ਨੈਕਸਟ ਆ ਗਿਆ ਆਪਣੇ ਕੋਲ ਨੈਕਸਟ ਟਾਈਪ ਦੀ ਐਨਰਜੀ ਆ ਗਈ ਪੋਟੈਂਸ਼ੀਅਲ ਐਨਰਜੀ। ਪੋਟੈਂਸ਼ੀਅਲ ਐਨਰਜੀ ਕੀ ਹੁੰਦਾ ਹੈ? ਦ ਐਨਰਜੀ ਸਟੋਰਡ ਇਨ ਐਨ ਆਬਜੈਕਟ ਡਿਊ ਟੂ ਐਟ ਰੈਸਟ ਡਿਊ ਟੂ ਇਟਸ ਪੋਜੀਸ਼ਨ ਔਰ ਕੌਨਫੀਗਰੇਸ਼ਨ। ਅਗਰ ਕੋਈ ਵੀ ਆਬਜੈਕਟ ਕਿਸੇ ਹਾਈਟ 'ਤੇ ਹੈ, ਮੰਨ ਲਓ ਪੈਂਡੂਲਮ ਕਿਸੇ ਹਾਈਟ 'ਤੇ ਅਟੈਚ ਕੀਤਾ ਹੋਇਆ, ਤਾਂ ਜਿਹੜੀ ਵੀ ਐਨਰਜੀ ਕਿਸੇ ਪੋਜੀਸ਼ਨ ਕਰਕੇ ਹੋਊਗੀ ਜਾਂ ਕੋਈ ਕੌਨਫੀਗਰੇਸ਼ਨ ਮੈਂ ਅੱਗੇ ਪੜ੍ਹਾਉਂਗੀ, ਵੈਸੇ ਕੋਈ ਵੀ ਐਨਰਜੀ ਸਟੋਰ ਹੋਊਗੀ ਕਿਸੇ ਆਬਜੈਕਟ ਵਿੱਚ ਉਹਦੀ ਪੋਜੀਸ਼ਨ ਕਰਕੇ, ਤਾਂ ਉਹਨੂੰ ਬੋਲਣਾ ਆਪਾਂ ਪੋਟੈਂਸ਼ੀਅਲ ਐਨਰਜੀ। ਜਿਵੇਂ ਇਹਦੇ 'ਚ ਵੀ ਵਾਟਰ ਸਮ ਹਾਈਟ 'ਤੇ ਸਟੋਰ ਸੀ ਨਾ, ਤਾਂ ਉਹਦੇ ਵਿੱਚ ਵੀ ਕੀ ਹੈ ਇੱਥੇ ਪੋਟੈਂਸ਼ੀਅਲ ਐਨਰਜੀ। ਨੈਕਸਟ ਆ ਗਿਆ ਆਪਣੇ ਕੋਲ ਟਾਈਪਸ ਆਫ ਪੋਟੈਂਸ਼ੀਅਲ ਐਨਰਜੀ। ਤਾਂ ਪੋਟੈਂਸ਼ੀਅਲ ਐਨਰਜੀ ਦੇ ਟਾਈਪਸ ਪੜ੍ਹਨ ਲੱਗੇ ਹਾਂ। ਫਸਟ ਟਾਈਪ ਆ ਆਪਣੇ ਕੋਲ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ। ਠੀਕ ਹੈ, ਅਤੇ ਸੈਕਿੰਡ ਟਾਈਪ ਹੁੰਦੀ ਹੈ ਇਲਾਸਟਿਕ ਪੋਟੈਂਸ਼ੀਅਲ ਐਨਰਜੀ। ਫਸਟ ਟਾਈਪ ਕੀ ਹੈ? ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ 'ਚ ਕੀ ਹੈ? ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਉਹ ਵਾਲੀ ਪੋਟੈਂਸ਼ੀਅਲ ਐਨਰਜੀ ਹੈ ਜਦੋਂ ਕੋਈ ਆਬਜੈਕਟ ਸਿਰਫ ਪੋਜੀਸ਼ਨ 'ਤੇ ਹੈ, ਕੋਈ ਸਮ ਹਾਈਟ 'ਤੇ ਹੈ। ਜਿਵੇਂ ਆ ਵਾਟਰ ਸਮ ਹਾਈਟ 'ਤੇ ਹੈਗੇ ਹੈ, ਠੀਕ ਹੈ, ਸਟੋਰ ਹੈ ਸਮ ਹਾਈਟ 'ਤੇ। ਆ ਐਪਲਸ ਹੈ ਜਿਹੜੇ ਟਰੀ 'ਤੇ ਕੁਛ ਹਾਈਟ 'ਤੇ ਲੱਗੇ ਹੋਏ ਹੈ। ਆ ਚਾਈਲਡ ਹੈ ਜਿਹੜਾ ਸਵਿੰਗ ਦੇ ਟੌਪ 'ਤੇ ਬੈਠਾ ਹੋਇਆ। ਤਾਂ ਉਹ ਵਾਲੀ ਐਨਰਜੀ ਜਿਹੜੀ ਸਿਰਫ ਪੋਜੀਸ਼ਨ ਕਰਕੇ ਹੋਊਗੀ, ਭਲਾ ਆਬਜੈਕਟ ਰੈਸਟ ਵਿੱਚ ਹੈ, ਭਲਾ ਆਬਜੈਕਟ ਮੂਵ ਕਰਦਾ ਪਿਆ, ਤਾਂ ਉਹਦੇ ਵਿੱਚ ਆਪਣੇ ਕੋਲ ਕੀ ਹੋਊਗਾ? ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ। ਅਤੇ ਪੋਟੈਂਸ਼ੀਅਲ ਐਨਰਜੀ ਦਾ ਆਪਾਂ ਫਾਰਮੂਲਾ ਯੂਜ਼ ਕਰਨਾ ਹੁੰਦਾ ਹੈ mgh। m ਕੀ ਹੈ? ਮਾਸ ਆਫ ਐਨ ਆਬਜੈਕਟ। g ਕੀ ਹੁੰਦਾ? g ਦੀ ਵੈਲਿਊ ਕੌਨਸਟੈਂਟ ਹੁੰਦੀ ਹੈ 9.8 ਮੀਟਰ ਪਰ ਸੈਕਿੰਡ ਸਕੁਏਅਰ। ਅਤੇ h ਮਤਲਬ ਹਾਈਟ। ਜਿਵੇਂ ਆਪਾਂ ਕਿਨੈਟਿਕ ਐਨਰਜੀ 'ਚ ਹਾਫ mv ਸਕੇਅਰ ਪੁੱਟ ਕਰਦੇ ਸੀ ਨਾ, ਉਵੇਂ ਪੋਟੈਂਸ਼ੀਅਲ ਐਨਰਜੀ ਵਿੱਚ ਆਪਾਂ mgh ਫਾਰਮੂਲਾ ਯੂਜ਼ ਕਰਨਾ। ਅਤੇ ਇਹ ਵਾਲਾ ਆਪਣੇ ਕੋਲ ਹੁੰਦਾ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ। ਜਿਵੇਂ ਆਹ ਵਾਲੀ ਨੈਕਸਟ ਟਾਈਪ ਆਫ ਪੋਟੈਂਸ਼ੀਅਲ ਐਨਰਜੀ ਆ ਗਈ ਇਲਾਸਟਿਕ ਪੋਟੈਂਸ਼ੀਅਲ ਐਨਰਜੀ। ਇਲਾਸਟਿਕ ਪੋਟੈਂਸ਼ੀਅਲ ਐਨਰਜੀ ਕੀ ਹੁੰਦਾ ਹੈ? ਉੱਦਾਂ ਦਾ ਆਬਜੈਕਟ ਜਿਹਦੇ ਵਿੱਚ ਆਪਾਂ ਕੌਨਫੀਗਰੇਸ਼ਨ, ਆਪਾਂ ਉਹਦੀ ਸ਼ੇਪ ਜਾਂ ਸਾਈਜ਼ ਚੇਂਜ ਕਰ ਰਹੇ ਹਾਂ। ਜਿਵੇਂ ਆ ਸਟ੍ਰੈਚਡ ਬੋ ਐਂਡ ਐਰੋ ਵਿੱਚ ਦੇਖੋ ਇਹਦਾ ਜਿਹੜਾ ਇਹਦਾ ਹੈਗਾ ਬੋ ਦਾ ਆ ਚੇਂਜ ਹੋ ਰਿਹਾ, ਸ਼ੇਪ ਚੇਂਜ ਹੋ ਰਹੀ ਹੈ। ਤਾਂ ਇਹਦੇ ਵਿੱਚ ਕਿਹੜੀ ਐਨਰਜੀ ਹੈ? ਇਲਾਸਟਿਕ ਪੋਟੈਂਸ਼ੀਅਲ ਐਨਰਜੀ। ਨੈਕਸਟ ਆ ਗਿਆ ਆਪਣੇ ਕੋਲ ਨੂਮੈਰੀਕਲਸ ਰਿਲੇਟਡ ਟੂ ਪੋਟੈਂਸ਼ੀਅਲ ਐਨਰਜੀ। ਹੁਣ ਆਪਾਂ ਨੂਮੈਰੀਕਲਸ ਕਰਨ ਲੱਗੇ ਹਾਂ ਪੋਟੈਂਸ਼ੀਅਲ ਐਨਰਜੀ ਰਿਲੇਟਡ। ਸੋ ਫਸਟ ਨੂਮੈਰੀਕਲ ਆਪਣੇ ਕੋਲ ਰੋਹਨ ਰੇਜ਼ਿਜ਼ ਅ ਮਾਸ 5 ਕਿਲੋਗ੍ਰਾਮ। ਇੱਥੇ ਮਾਸ ਆਪਾਂ ਨੂੰ ਗਿਵਨ ਹੈ 5 ਕਿਲੋਗ੍ਰਾਮ।
फ्रॉम द ग्राउंड एंड पुट इट इन अ रैक एट द हाइट ऑफ 2 मीटर। एच की वैल्यू गिवन है 2 मीटर। वट इज़ द पोटेंशियल एनर्जी? पोटेंशियल एनर्जी आपां लभनी है तो आपां नूं एक्सीलरेशन ड्यू टू ग्रैविटी मतलब जी की वैल्यू आपां नूं गिवन है मीटर पर सैकेंड। अगर तो जी की वैल्यू 10 गिवन होवे तो फाइन 10 यूज़ कर लो। अगर कोई वैल्यू नहीं गिवन तो 9.8 मीटर पर सैकेंड स्क्वेयर यूज़ कर लिया करो। इतने स्क्वेयर आना तो उत्थे की है 9.8 मीटर पर सैकेंड स्क्वेयर यूज़ कर लिया करो। ठीक है, सिंपल बस आप पोटेंशियल एनर्जी फाइंड आउट करनी है। ठीक है, तो पोटेंशियल एनर्जी का फार्मूला की होंगे M मल्टीप्लाई G मल्टीप्लाई H। M की अपने को 5, इत्थे भी किलोग्राम च रखना है। ठीक है, जी की वैल्यू कितनी अपने को 10 तो हाइट की वैल्यू कितनी अपने को 2। हाइट भी आप मीटर च रखनी है। तो जो इन्हू सॉल्व करांगे तो आंसर आ जाऊगा 100 जाउल। सिंपल जो भी कुछ गिवन है सारा कुछ पहला लिख लो फिर फॉर्मूले विच पुट कर दो प्लस पिछे आप की है यूनिट रखनी है। नैक्सट न्यूमेरिकल आ गया अपने को मार्बल स्लैब ऑफ 600 kg इज सिचुएटेड एट द टॉप ऑफ टावर। एक मार्बल की स्लैब है जिसका मास आपको गिवन है 600 किलोग्राम। ओके, टॉप ऑफ टावर पर पिया जिसकी हाइट की है 45 मीटर है। हाइट की कितनी अपने को 45 मीटर तो अपन उन्होंने कहा जी की वैल्यू 10 मीटर पर सैकेंड स्क्वेयर लै लो। तो सिंपल पोटेंशियल एनर्जी की होंगे MGH। ठीक है, मास इज गिवन 600, जी वैल्यू कितनी अपने को 10, हाइट वैल्यू कितनी अपने को 45। जो सारे मल्टीप्लाई करांगे तो आंसर आ जाऊगा 2740 जाउल। इन्ना आंसर आ जाऊगा। जो तुम इनू किलो जाउल कन्वर्ट करना है, किलो जाउल कन्वर्ट करने लई इनू डिवाइड बाय 1000 कर सकते हो। तो 3 0s कट विथ 3 0s तो आंसर आ जाऊगा 270 किलो जाउल। जे इत्थे भी छाड़ता तो भी फाइन है, अगर किलो जाउल भी कन्वर्ट करना है तो वह भी कर सकते हो। ठीक है, थर्ड न्यूमेरिकल आ गया अपने को कैलकुलेट द चेंज इन ग्रेविटेशनल पोटेंशियल एनर्जी। हुण आप इत्थे चेंज इन ग्रेविटेशनल करना है। चेंज का मतलब की होंदा है, चेंज का फॉर्मूला पहले देख लो। चेंज इन पोटेंशियल एनर्जी का फॉर्मूला होंदा है फाइनल पोटेंशियल एनर्जी माइनस इनीशियल पोटेंशियल एनर्जी। चेंज मतलब होंदा माइनस करना है, फाइनल चो इनीशियल नू माइनस करना है। हुण किवें करना देखो, कैलकुलेट द चेंज इन ग्रेविटेशनल पोटेंशियल एनर्जी ऑफ अ बॉडी ऑफ मास 5 किलोग्राम। मास एक 5 किलोग्राम का मान लो मेरे को एक वेट है या एक मास है, उन्होंने पहला मैं 3 मीटर पर रखा फिर मैं उन्होंने 6 मीटर पर रखता। तो पहले केस विच पहली पोटेंशियल एनर्जी कड्ढण लई मतलब इनीशियल वाली, क्योंकि पहला आप 3 ते रखा ना, तो पोटेंशियल एनर्जी इनीशियल कड्ढण लई तुसीं की यूज़ करना है MGH फॉर्मूला सेम। तो पोटेंशियल एनर्जी इनीशियल की कितनी आ जाऊ, मास कितना 5, जी वैल्यू गिवन है 10, पहली हाइट आप कितनी यूज़ करनी है इत्थे 3। ठीक है, पहली हाइट कितनी यूज़ करनी है 3। ये इनीशियली मैं कर रही हूँ क्योंकि पहला 3 ते रखा फिर 6 ते रखा। तो पोटेंशियल एनर्जी इनीशियल की कितनी आ गई अपने को, इन्हू मल्टीप्लाई कर लो 30 150। ठीक है, पहले की कितनी आ गई 150 जाउल। सैकेंड का कर लो फाइनल दी पोटेंशियल एनर्जी फाइनल। फाइनल मतलब कि मैं हुण 3 मीटर तो छड्ड के मैं इहनूं 6 मीटर पर रख रही हूँ। तो सेम MGH फार्मूला, M कितना 5, G कितना 10, H कितना हुण अपने को 6। ठीक है, तो इनू मल्टीप्लाई कर लो, इत्थे आ जाऊगा 300 जाउल। तो चेंज इन पोटेंशियल, चेंज नूं आपां हमेशा तो डेल्टा पाउने हुंदे इदां ट्रायंगल जी, इहदा मतलब होंदा चेंज। चेंज इन पोटेंशियल एनर्जी कितना आ जाऊगा, फाइनल पोटेंशियल एनर्जी दैट इज़ 300 जाउल माइनस इनीशियल कितना 150 जाउल। तो चेंज इन पोटेंशियल एनर्जी अपने को कितना आ गया 150 जाउल। भी मतलब पहला किहड़ी हाइट ते रखा फिर सैकेंड किहड़ी हाइट ते रखा, उन्होंने सॉल्व करके माइनस करके अपने को चेंज इन पोटेंशियल एनर्जी आ जाओ। ठीक है ना, नैक्सट आ गया अपने को इंटर कन्वर्जन ऑफ एनर्जी। इंटर कन्वर्जन ऑफ एनर्जी का मतलब की है कि जिहड़ी एनर्जी है उन्होंने आपां वन फॉर्म ऑफ एनर्जी टू अनदर फॉर्म ऑफ एनर्जी कन्वर्ट कर सकते हैं, विच मीनस कि आपां या तो पोटेंशियल नूं काइनैटिक विच चेंज कर सकते हैं या जिहड़ी काइनैटिक एनर्जी आ वो पोटेंशियल एनर्जी विच भी चेंज हो सकती है। देखो की है इहदे इट इज़ ऑब्जर्व दैट पोटेंशियल एनर्जी मे बी कन्वर्टड इंटू काइनैटिक एनर्जी, कि जिहड़ी पोटेंशियल एनर्जी है वो काइनैटिक एनर्जी विच कन्वर्ट हो सकती है
ਐਂਡ ਵਾਈਸ ਵਰਸਾ ਮਤਲਬ ਕੀ ਹੈ ਕਿ ਜਿਹੜੀ ਕਿਨੈਟਿਕ ਹੈ ਉਹ ਪੋਟੈਂਸ਼ੀਅਲ 'ਚ ਵੀ ਹੋ ਸਕਦੀ ਹੈ। ਜੇ ਪੋਟੈਂਸ਼ੀਅਲ ਕਿਨੈਟਿਕ 'ਚ ਹੋ ਸਕਦੀ ਹੈ ਐਂਡ ਵਾਈਸ ਵਰਸਾ ਮਤਲਬ ਕਿਨੈਟਿਕ ਹੈ ਜਿਹੜੀ ਉਹ ਪੋਟੈਂਸ਼ੀਅਲ ਵਿੱਚ ਵੀ ਕਨਵਰਟ ਹੋ ਸਕਦੀ ਹੈ। ਇਫ ਦੇਅਰ ਇਜ਼ ਨੋ ਫ੍ਰਿਕਸ਼ਨ, ਇਹ ਤਾਂ ਗੱਲ ਵੱਖਰੀ ਹੈ ਕਿ ਜੇ ਫ੍ਰਿਕਸ਼ਨ ਨਾ ਹੋਊਗੀ ਤਾਂ ਜਿੰਨਾ ਟੋਟਲ ਸਮ ਆਫ ਐਨਰਜੀਜ਼ ਹੈ ਉਹ ਹਮੇਸ਼ਾ ਕੰਜ਼ਰਵ ਰਹਿਣਗੀਆਂ। ਕੰਜ਼ਰਵ ਮਤਲਬ ਜਿੰਨੀ ਮੰਨ ਲਓ ਇੱਥੇ ਵਾਟਰਫਾਲ ਹੋ ਰਿਹਾ, ਜਿੰਨੀ ਇੱਥੇ ਹਾਈਟ 'ਤੇ ਪੋਟੈਂਸ਼ੀਅਲ ਐਨਰਜੀ ਹੈ ਨਾ, ਇੱਥੇ ਪੋਟੈਂਸ਼ੀਅਲ ਐਨਰਜੀ ਹਾਈਟ ਕਰਕੇ ਹੈ, ਤਾਂ ਜਦੋਂ ਵਾਟਰ ਮੂਵ ਕਰੂਗਾ ਉਹ ਪੋਟੈਂਸ਼ੀਅਲ ਐਨਰਜੀ ਸੇਮ ਕਾਹਦੇ 'ਚ ਕਨਵਰਟ ਹੋ ਰਹੀ ਹੈ, ਕਿਨੈਟਿਕ ਐਨਰਜੀ। ਮਤਲਬ ਕੋਈ ਵੀ ਐਨਰਜੀ ਖਰਾਬ ਨਹੀਂ ਹੋ ਰਹੀ, ਸੇਮ ਕਿਨੈਟਿਕ ਐਨਰਜੀ ਹੈ ਜਿਹੜੀ ਉਹ ਸੇਮ ਜਿਹੜੀ ਪੋਟੈਂਸ਼ੀਅਲ ਐਨਰਜੀ ਆ ਉਹ ਕਿਨੈਟਿਕ ਐਨਰਜੀ ਵਿੱਚ ਕਨਵਰਟ ਹੋ ਰਹੀ ਹੈ। ਇਟ ਮੀਨਸ ਡਿਕਰੀਜ਼ ਇਨ ਪੋਟੈਂਸ਼ੀਅਲ ਐਨਰਜੀ ਇਜ਼ ਐਗਜ਼ੈਕਟਲੀ ਇਕੁਅਲ ਟੂ ਇਨਕਰੀਜ਼ ਇਨ ਕਿਨੈਟਿਕ ਐਨਰਜੀ। ਜੇ ਪਾਣੀ ਹੌਲੀ ਹੌਲੀ ਨੀਚੇ ਜਾਣਾ ਸ਼ੁਰੂ ਹੋ ਰਿਹਾ, ਨੀਚੇ ਜਾਣ 'ਤੇ ਇੱਥੇ ਪੋਟੈਂਸ਼ੀਅਲ ਐਨਰਜੀ ਦੀ ਜ਼ੀਰੋ ਹੋ ਗਈ, ਬਟ ਕਿਨੈਟਿਕ ਐਨਰਜੀ ਕੀ ਹੈ ਇਹਦੀ ਵੱਧ ਰਹੀ ਹੈ। ਮਤਲਬ ਟੋਟਲ ਜਿਹੜੀ ਮਕੈਨੀਕਲ ਐਨਰਜੀ ਆ ਉਹ ਅਨਚੇਂਜ ਰਹਿੰਦੀ ਹੈ। ਤਾਂ ਇਹਨੂੰ ਆਪਾਂ ਕੰਜ਼ਰਵੇਸ਼ਨ ਲਾਅ ਆਫ ਮਕੈਨੀਕਲ ਐਨਰਜੀ ਵੀ ਕਹਿੰਦੇ ਹਾਂ। ਕੰਜ਼ਰਵੇਸ਼ਨ ਆਫ ਲਾਅ ਆਫ ਮਕੈਨੀਕਲ ਐਨਰਜੀ ਮਤਲਬ that energy can neither be created nor be destroyed, but energy can be transferred from one form to the another form, or in a form of mechanical energy, kinetic energy can be converted to potential, and potential can be converted to kinetic energy। ठीक है, फर्स्ट एग्जाम्पल आ गया अपने कोल एन ऑब्जेक्ट इन अ फ्री फॉल। जो कोई भी ऑब्जेक्ट नीचे नू फ्री फॉल कर रहा, मतलब मैं इत्थों ऑब्जेक्ट छड़ता वो नीचे नीचे आ रहा। Let an object, say a piece of stone, is lie at the top of tower at position A। मान लो अपने कोल कोई भी एक स्टोन है ਜਿਹੜਾ ਆਪਾਂ ਇੱਕ ਟਾਵਰ ਤੋਂ ਬਹੁਤ ਉੱਪਰੋਂ ਹਾਈਟ ਤੋਂ ਉਹਨੂੰ ਨੀਚੇ ਸੁੱਟਣ ਲੱਗੇ ਆ, ਉਹ ਜਿਹੜਾ ਹਾਈਟ ਆ ਉਹ A ਪੋਜੀਸ਼ਨ 'ਤੇ ਹੈ। ਜਦੋਂ ਬਿਲਕੁਲ ਟੌਪ 'ਤੇ ਖੜ੍ਹਾ ਟੌਪ 'ਤੇ ਪੋਟੈਂਸ਼ੀਅਲ ਐਨਰਜੀ ਕਿੰਨੀ ਹੋਊਗੀ? ਪੋਟੈਂਸ਼ੀਅਲ ਐਨਰਜੀ ਕੀ ਹੋਊਗੀ? ਜ਼ੀਰੋ ਕਿ ਮੈਕਸੀਮਮ? ਇਹ ਹਾਈਟ ਕਰਕੇ ਪੋਟੈਂਸ਼ੀਅਲ ਐਨਰਜੀ ਹੋਊਗੀ ਮੈਕਸੀਮਮ। ਹਲੇ ਮੈਂ ਉਹ ਸਟੋਨ ਨੂੰ ਥੱਲੇ ਸੁੱਟਿਆ ਨਹੀਂ, ਠੀਕ ਹੈ, A ਪੁਆਇੰਟ 'ਤੇ ਹਲੇ ਮੈਂ ਸਟੋਨ ਥੱਲੇ ਸੁੱਟਿਆ ਨਹੀਂ, ਜੇ ਥੱਲੇ ਸੁੱਟਿਆ ਨਹੀਂ, ਉਹ ਮੂਵ ਹੀ ਨਹੀਂ ਕਰਦਾ ਪਿਆ, ਤਾਂ ਕਿਨੈਟਿਕ ਐਨਰਜੀ ਕਿੰਨੀ ਹੈ? ਜ਼ੀਰੋ। ਤਾਂ ਇੱਥੇ ਆਪਣੇ ਕੋਲ ਕੀ ਸਟੋਰ ਹੈ? ਪੂਰੀ ਪੋਟੈਂਸ਼ੀਅਲ ਐਨਰਜੀ ਸਟੋਰ ਹੈ। ਹੁਣ ਜਿਵੇਂ ਜਿਵੇਂ ਆਪਾਂ ਉਹਨੂੰ ਨੀਚੇ ਨੀਚੇ ਭੇਜ ਰਹੇ ਹਾਂ, B ਪੁਆਇੰਟ 'ਤੇ ਆ ਕੇ ਉਹਦੇ ਵਿੱਚ ਪੋਟੈਂਸ਼ੀਅਲ ਐਨਰਜੀ ਵੀ ਹੈ, ਕਿਨੈਟਿਕ ਐਨਰਜੀ ਵੀ ਹੈ, ਮਤਲਬ ਟੋਟਲ ਮਕੈਨੀਕਲ ਐਨਰਜੀ ਹੈਗੀ ਉਹਦੇ ਵਿੱਚ ਹਲੇ। ਫਿਰ ਜਦੋਂ ਮੈਂ ਉਹਨੂੰ B ਤੋਂ C ਵੱਲ ਭੇਜਦੀ ਹਾਂ, B ਤੋਂ C ਵੱਲ ਭੇਜਣ 'ਚ ਇੱਥੇ ਕੀ ਹੈ? ਹਾਈਟ ਜ਼ੀਰੋ ਹੋ ਰਹੀ ਹੈ, C ਪੁਆਇੰਟ 'ਤੇ ਆ ਕੇ ਹਾਈਟ ਜਮਾਂ ਜ਼ੀਰੋ ਹੋ ਗਈ, ਮਤਲਬ ਪੋਟੈਂਸ਼ੀਅਲ ਐਨਰਜੀ ਜ਼ੀਰੋ ਹੋ ਗਈ, ਬਟ ਇੱਥੇ ਮੂਵ ਕਰਕੇ ਆ ਰਿਹਾ, ਮਤਲਬ ਕਿਨੈਟਿਕ ਐਨਰਜੀ ਕੁਛ ਨਾ ਕੁਛ ਹੋਊਗੀ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਕਿ ਜਿਵੇਂ ਜਿਵੇਂ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਲੱਗਦੀ ਹੈ, ਨੀਚੇ ਨੀਚੇ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਲੱਗ ਰਹੀ ਹੈ, ਬਟ ਇੱਕ ਪੁਆਇੰਟ 'ਤੇ ਆ ਕੇ ਨੀਚੇ ਇੱਥੇ ਬਿਲਕੁਲ ਐਂਡ 'ਤੇ ਕਿਨੈਟਿਕ ਐਨਰਜੀ ਕੀ ਹੋ ਜੂਗੀ? ਜਮਾਂ ਜ਼ੀਰੋ। ਜਦੋਂ ਜਮਾਂ ਥੱਲੇ ਪਹੁੰਚ ਜੂਗਾ, ਰੁਕ ਜੂਗਾ, ਉਦੋਂ ਕਿਨੈਟਿਕ ਐਨਰਜੀ ਕੀ ਹੋ ਜੂਗੀ? ਜ਼ੀਰੋ। ਇੱਥੇ ਕਿਨੈਟਿਕ ਐਨਰਜੀ ਜ਼ੀਰੋ ਸੀ, ਇੱਥੇ ਵੀ ਕਿਨੈਟਿਕ ਐਨਰਜੀ ਜ਼ੀਰੋ, ਇੱਥੇ ਹਾਈਟ ਸੀ, ਇੱਥੇ ਵੀ ਹਾਈਟ ਜ਼ੀਰੋ। ਤਾਂ ਇਹ ਵਾਲੀ ਚੀਜ਼ ਹੁੰਦੀ ਹੈ ਕਿ ਜਿਹੜਾ ਐਨਰਜੀਜ਼ ਹੈ ਉਹਨੂੰ ਪੋਟੈਂਸ਼ੀਅਲ ਟੂ ਕਨਵਰਟ ਕਰਤਾ ਕਿਨੈਟਿਕ, ਕਿਨੈਟਿਕ ਫਿਰ ਕਨਵਰਟ ਹੋ ਗਿਆ ਆਪਣੇ ਕੋਲ ਪੋਟੈਂਸ਼ੀਅਲ ਵਿੱਚ ਸਮ ਹਾਈਟ ਕਰਕੇ। ਠੀਕ ਹੈ, ਤਾਂ ਟੋਟਲ ਮਕੈਨੀਕਲ ਐਨਰਜੀ ਐਟ ਪੁਆਇੰਟ A, ਐਟ ਪੁਆਇੰਟ A ਕੀ ਸੀਗਾ? ਦੇਖੋ ਐਟ ਪੁਆਇੰਟ A ਕੀ ਹੈ? ਇੱਥੇ ਕੁਛ ਨਾ ਕੁਛ ਪੋਟੈਂਸ਼ੀਅਲ ਐਨਰਜੀ ਹੈਗੀ ਹੈ, ਬਟ ਕਿਨੈਟਿਕ ਐਨਰਜੀ ਕੀ ਹੈ ਇੱਥੇ? ਜ਼ੀਰੋ। ਕਿਨੈਟਿਕ ਐਨਰਜੀ ਜ਼ੀਰੋ ਹੈ, ਤਾਂ ਇੱਥੇ ਆਪਣੇ ਕੋਲ ਕੀ ਹੈ? ਪੋਟੈਂਸ਼ੀਅਲ ਐਨਰਜੀ। ਐਟ ਪੁਆਇੰਟ A ਆਪਣੇ ਕੋਲ ਪੂਰੀ ਪੋਟੈਂਸ਼ੀਅਲ ਐਨਰਜੀ ਹੈ। ਜਿਵੇਂ ਮੈਂ ਆਬਜੈਕਟ ਨੂੰ ਉੱਪਰੋਂ ਦੀ ਨੀਚੇ ਸੁੱਟ ਰਹੀ ਹਾਂ, ਠੀਕ ਹੈ, ਪੁਆਇੰਟ B 'ਤੇ ਜਾ ਕੇ ਕੀ ਹੋਊਗਾ? ਪੁਆਇੰਟ B 'ਤੇ ਜਾ ਕੇ ਪੋਟੈਂਸ਼ੀਅਲ ਐਨਰਜੀ ਵੀ ਹੈਗੀ ਹੈ, ਕਿਉਂਕਿ ਗਰਾਊਂਡ ਤੋਂ ਕੁਛ ਹਾਈਟ ਵੀ ਹੈਗੀ ਹੈ, ਪਲੱਸ ਉਹ ਮੂਵ ਵੀ ਕਰ ਰਹੀ ਹੈ, ਕਿਨੈਟਿਕ ਐਨਰਜੀ ਵੀ ਹੈਗੀ ਹੈ। ਠੀਕ ਹੈ, ਮਤਲਬ ਕਿ ਇੱਥੇ ਜਿਹੜੀ ਵੈਸੇ ਪੋਟੈਂਸ਼ੀਅਲ ਐਨਰਜੀ ਤਾਂ ਘੱਟ ਰਹੀ ਹੈ, ਕਿੱਥੇ ਤਾਂ ਇੰਨੀ ਹਾਈਟ ਸੀਗੀ, ਕਿੱਥੇ ਹਾਈਟ ਹੁਣ ਡਿਕਰੀਜ਼ ਹੋ ਗਈ। ਇੱਥੇ ਪੁਆਇੰਟ B 'ਤੇ ਆ ਕੇ ਕੀ ਹੈ? ਪੋਟੈਂਸ਼ੀਅਲ ਐਨਰਜੀ ਘੱਟ ਗਈ, ਕਿਨੈਟਿਕ ਐਨਰਜੀ ਵੱਧ ਗਈ। ਜਦੋਂ ਹੋਰ ਨੀਚੇ ਆਇਆ, ਹੋਰ ਨੀਚੇ ਆਉਣ 'ਤੇ ਕੀ ਹੋਊਗਾ? ਐਟ ਪੁਆਇੰਟ C ਜਿਹੜੀ ਗ੍ਰੈਵੀਟੇਸ਼ਨਲ ਪੋਟੈਂਸ਼ੀਅਲ ਐਨਰਜੀ ਹੈ, ਪੋਟੈਂਸ਼ੀਅਲ ਐਨਰਜੀ ਬਿਲਕੁਲ ਜ਼ੀਰੋ ਹੋ ਗਈ, ਅਤੇ ਬਟ ਇਹਦੇ ਵਿੱਚ ਕਿਨੈਟਿਕ ਐਨਰਜੀ ਹੈਗੀ ਹੈ। ਤਾਂ ਉਵੇਂ ਕੀ ਹੈ, ਜਿਹੜੀ ਐਨਰਜੀ ਉਹ ਟਰਾਂਸਫਰ ਹੋ ਰਹੀ ਹੈ ਕਿਨੈਟਿਕ ਟੂ ਪੋਟੈਂਸ਼ੀਅਲ, ਪੋਟੈਂਸ਼ੀਅਲ ਟੂ ਕਿਨੈਟਿਕ। ਸਿਮਿਲਰਲੀ ਜੇ ਆਪਾਂ ਬੋਲ ਨੂੰ ਵਰਟੀਕਲੀ ਅਪਵਰਡ ਸੁੱਟ ਰਹੇ ਹਾਂ, ਬੋਲ ਨੂੰ ਵਰਟੀਕਲੀ ਅਪਵਰਡ ਸੁੱਟਿਆ, ਬੋਲ ਹਲੇ ਨੀਚੇ ਹੈ, ਤਾਂ ਇਹਦੇ ਵਿੱਚ ਪੋਟੈਂਸ਼ੀਅਲ ਐਨਰਜੀ ਕੀ ਹੈ? ਹਲੇ ਜ਼ੀਰੋ, ਬਟ ਜਦੋਂ ਆਪਾਂ ਉਹਨੂੰ ਸਪੀਡ ਦੇਵਾਂਗੇ, ਆਪਦੇ ਵੱਲੋਂ ਇੱਕ ਸਰਟਨ ਸਪੀਡ ਲਾਵਾਂਗੇ, ਉੱਥੇ ਕਿਨੈਟਿਕ ਐਨਰਜੀ ਕੁਛ ਨਾ ਕੁਛ ਹੋਊਗੀ। ਸੈਂਟਰ ਪੁਆਇੰਟ 'ਚ ਆ ਕੇ ਕਿਨੈਟਿਕ ਅਤੇ ਪੋਟੈਂਸ਼ੀਅਲ ਦੋਨੋਂ ਹੋਣਗੀਆਂ।
ਜਿਵੇਂ ਜਿਵੇਂ ਉੱਪਰ ਜਾਵਾਂਗੇ ਉੱਪਰ ਜਾ ਕੇ ਹਾਈਟ ਵੱਧਦੀ ਜਾਊ, ਮਤਲਬ ਪੋਟੈਂਸ਼ੀਅਲ એનર્ਜੀ ਵੱਧਦਾ ਜਾਊ, ਕਿਨੈਟਿਕ એનર્ਜੀ ਕੀ ਇੱਕ ਪੁਆਇੰਟ 'ਤੇ ਆ ਕੇ ਜ਼ੀਰੋ ਹੋ ਜਾਊਗੀ। ਤਾਂ ਇਹਦੇ ਵਿੱਚ ਵੀ ਟੋਟਲ ਮਕੈਨੀਕਲ એનર્ਜੀ ਕੀ ਹੈ, ਅਨਚੇਂਜਡ ਰਹੀ, ਮਤਲਬ ਜਸਟ ਟਰਾਂਸਫਾਰਮ ਆਫ એનર્ਜੀਜ਼ ਹੋਈਆਂ।